ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਲਾਵਲ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਪ੍ਰਭ ਜਨਮ ਮਰਨ ਨਿਵਾਰ। ਹੇ ਪ੍ਰਭੂ ਜੀ, ਮੇਰਾ ਜੰਮਣ ਮਰਨ ਦਾ ਡਰ ਨਿਵਰਤ ਕਰ ਦੇਵੋ ਜੀ। ਹਾਰ ਪਰਿਓ ਦੁਆਰ। ਮੈਂ ਸਭ ਪਾਸਿਆਂ ਤੋਂ ਹਾਰ ਕੇ ਤੁਹਾਡੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਸ਼ਰਨ ਵਿੱਚ ਪੈ ਗਿਆ ਹਾਂ ਜੀ। ਗਹਿ ਚਰਨ ਸਾਧੂ ਸੰਗ। ਇਹ ਪਰਮਾਤਮਾ ਸ੍ਰੇਸ਼ਟ ਮਹਾਤਮਾ ਜਨਾਂ ਦਾ ਸੰਗ ਸਾਨੂੰ ਬਖਸ਼। ਭਾਵ ਉਹਨਾਂ ਦੀ ਸੰਗਤ ਕਰਕੇ ਮੈਂ ਤੁਹਾਡੇ ਚਰਨ ਪਕੜਾ ਕਰਾਂ, ਕਿਉਂਕਿ ਸੰਗਤ ਦੀ ਸਿਫਾਰਿਸ਼ ਜਲਦੀ ਸੁਣੀ ਜਾਂਦੀ ਹੈ। ਮੰਗਾਂ ਤਾਂ ਦੁਨਿਆਵੀ ਬਥੇਰੀਆਂ ਨੇ, ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ। ਹਰੀ ਦਾ ਜਸ ਸੰਗਤ ਦੀ ਸੇਵਾ ਹੀ ਗੁਰੂ ਜੀ ਤੋਂ ਮੰਗਣੀ ਚਾਹੀਦੀ ਹੈ, ਜਿਸ ਦੇ ਨਾਲ ਜਨਮ ਮਰਨ ਦੀ ਨਿਵਰਤੀ ਹੋਵੇ। ਇਹ ਸਭ ਤੋਂ ਵੱਡਾ ਦੁੱਖ ਹੈ ਜੰਮਣ ਤੇ ਮਰਨ ਦਾ। ਇੱਕ ਦੁੱਖ ਰਾਮ ਰਾਈ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਇੱਕ ਅੱਗ ਵਿੱਚ ਸੜ ਕੇ ਮਰਨਾ, ਇੱਕ ਮਾਤਾ ਦੀ ਗਰਭ ਦੇ ਵਿੱਚ ਪੁੱਠੇ ਲੜਕਦੇ ਰਹਿਣਾ। ਇਹ ਕਬੀਰ ਜੀ ਕਹਿੰਦੇ ਮੇਰਾ ਜਨਮ ਮਰਨ ਦਾ ਬਹੁਤ ਵੱਡਾ ਦੁੱਖ ਨਿਵਰਤ ਕਰ ਦਿਓ। ਇਹ ਮਹਾਰਾਜ ਬਹੁਤ ਜ਼ਿਆਦਾ ਭਿਆ ਹੈ। ਮੈਂ ਸਭ ਪਾਸਿਆਂ ਤੋਂ ਹਾਰ ਕੇ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਪੈ ਗਿਆ, ਕਿਉਂਕਿ ਕਿਤੇ ਇਹ ਹੈ ਹੀ ਨਹੀਂ ਕਿ ਕੋਈ ਮੁਕਤ ਕਰ ਦੇਵੇ। ਇਤਿਹਾਸ ਧਾਰਮਿਕ ਗ੍ਰੰਥ ਪੜ੍ਹ ਕੇ ਵੇਖੋ, ਕੋਈ ਦੇਵੀ ਦੇਵਤਾ ਖੁਦ ਆਪ ਵੀ ਮੁਕਤ ਨਹੀਂ ਹੈ। ਉਹ ਆਪ ਦੇ ਪੂਜਾ ਕਰਨ ਵਾਲਿਆਂ ਨੂੰ ਕਿਵੇਂ ਮੁਕਤ ਕਰ ਸਕਦਾ ਹੈ। ਸਿਵ ਸਿਵ ਕਰਤੇ ਜੋ ਨਰ ਧਿਆਵੈ, ਬਰਦ ਚੜ੍ਹੇ ਡਉਰੂ ਢਮਕਾਵੈ। ਮਹਾਮਾਈ ਕੀ ਪੂਜਾ ਕਰੈ, ਨਰ ਸਹਿ ਨਾਰ ਹੋਏ ਅਵਤਰੈ। ਤੂੰ ਕਹੀਅਤ ਹੀ ਆਦ ਭੁਆਨੀ, ਮੁਕਤ ਕੀ ਬਰੀਆ ਕਹਾ ਛਪਾਨੀ। ਤੇ ਗੁਰਮਤਿ ਰਾਮ ਨਾਮ ਕਹੋ ਮੀਤਾ, ਪ੍ਰਣਵੈ ਨਾਨਕ ਪ੍ਰਣਵੈ ਨਾਮ ਦਿਓ। ਇਉਂ ਕਹੈ ਗੀਤਾ। ਇਹ ਜਿਹੜਾ ਗੀਤ ਹੈ ਰੱਬ ਦੇ ਘਰ ਦਾ, ਇਉਂ ਨਾਮਦੇਵ ਜੀ ਕਹਿੰਦੇ ਮੈਂ ਕਿਹਾ ਹੈ। ਮੁਕਤੀ ਦੀ ਪ੍ਰਾਪਤੀ ਵਾਸਤੇ ਜਿੱਥੇ ਮਰਜ਼ੀ ਤੁਸੀਂ ਯਤਨ ਕਰ ਲਿਓ, ਜਿੱਥੇ ਮਰਜ਼ੀ ਚਲੇ ਜਾਓ, ਤੁਹਾਡੇ ਪੱਲੇ ਭਟਕਣਾ ਤੋਂ ਸਿਵਾਏ ਕੁਛ ਨਹੀਂ ਪਏਗਾ। ਜੇ ਕੋਈ ਕਹੇ ਕਿ ਮੈਂ ਸ਼ਿਵ ਜੀ ਦੀ ਪੂਜਾ ਕਰਨੀ ਹੈ, ਉਹ ਮੈਨੂੰ ਮੁਕਤ ਕਰ ਦੇਵੇਗਾ, ਤਾਂ ਸ਼ਿਵ ਜੀ ਮਹਾਰਾਜ ਬਾਰੇ ਲਿਖੀ ਹੈ, ਸਿਵ ਸਿਵ ਕਰਤੇ ਜੋ ਨਰ ਧਿਆਵੈ, ਬਰਦ ਚੜ੍ਹੇ ਡਉਰੂ ਢਮਕਾਵੈ। ਇਹ ਨਿਯਮ ਹੈ ਕਿ ਜਿਸ ਦੀ ਪੂਜਾ ਕਰੀਏ, ਜਿਸ ਦਾ ਧਿਆਨ ਧਰੀਏ, ਉਹਦੇ ਵਰਗਾ ਰੂਪ ਮਿਲ ਜਾਂਦਾ ਹੈ। ਜੇ ਤਾਂ ਪੂਜਾ ਪੂਰੀ ਹੋ ਗਈ ਤਾਂ ਉਹਦੇ ਵਰਗਾ ਸਰੂਪ ਮਿਲ ਜਾਏਗਾ। ਸਿਰ 'ਤੇ ਜੜਾਵਾਂ ਹੋਣਗੀਆਂ, ਥੱਲੇ ਬਲਦ ਦੀ ਅਸਵਾਰੀ ਹੋਵੇਗੀ, ਅੱਠ ਵਿੱਚ ਡਮਰੂ ਹੋਏਗਾ, ਰਹਿਣਾ ਮੜੀਆਂ ਵਿੱਚ ਪਵੇਗਾ। ਡਮਰੂ ਵਜਾਈ ਜਾਓ ਤੇ ਅੱਕ ਧਤੂਰਾ ਘੋਟ ਘੋਟ ਨਸ਼ਾ ਪੀਵੀ ਜਾਓ। ਉਹ ਤਾਂ ਪ੍ਰਭੂ ਦੇ ਗੁਣ ਗਾਉਂਦਾ, ਤੇ ਸਾਨੂੰ ਪਤਾ ਨਹੀਂ ਰੱਬ ਦਾ ਨਾਮ ਚੇਤੇ ਆਉਣਾ ਕਿ ਨਹੀਂ ਆਉਣਾ, ਪਰ ਰੂਪ ਉਸ ਤਰ੍ਹਾਂ ਦਾ ਜ਼ਰੂਰ ਮਿਲ ਜਾਊਗਾ। ਜੇ ਕੋਈ ਕਹੇ ਕਿ ਐਸਾ ਭਿਆਨਕ ਰੂਪ ਮੈਨੂੰ ਕਿਵੇਂ ਮਿਲ ਗਿਆ, ਮਿਲੇਗਾ, ਮੈਂ ਤਾਂ ਮਹਾਮਾਈ ਦੀ ਪੂਜਾ ਕਰਦਾ, ਜਿਹਨੂੰ ਮਾਤਾ ਰਾਣੀ ਕਹਿੰਦੇ ਨੇ। ਮਹਾਰਾਜ ਕਹਿੰਦੇ ਨਾਮਦੇਵ ਜੀ ਮਹਾਮਾਈ ਕੀ ਪੂਜਾ ਕਰੈ, ਨਰ ਸੇ ਨਰ ਹੋਏ ਅਵਤਰੈ। ਜੇ ਕੋਈ ਮਹਾਮਾਈ ਮਾਤਾ ਰਾਣੀ ਦੀ ਪੂਜਾ ਕਰੇਗਾ ਤਾਂ ਜੇ ਪੂਜਾ ਪੂਰੀ ਹੋ ਗਈ ਤਾਂ ਇਨਸਾਨ ਤੋਂ ਇਸਤਰੀ ਦਾ ਜਾਮਾ ਮਿਲੇਗਾ, ਬੰਦੇ ਤੋਂ ਜਨਾਨੀ। ਕਈਆਂ ਨੂੰ ਰੱਬ ਨੇ ਬੰਦੇ ਬਣਾਇਆ, ਚੰਗੇ ਭਲੇ ਚੁੰਨੀਆਂ ਬਣ ਕੇ ਜਨਾਨੀਆਂ ਬਣੀਆਂ ਫਿਰਦੀਆਂ ਹਨ। ਮਾਫ ਕਰਨਾ, ਇਸਤਰੀ ਜਾਤ ਦੀ ਇਹ ਨਿੰਦਿਆ ਨਾ ਸਮਝਣੀ, ਪਰ ਰੱਬ ਨੇ ਮਨੁੱਖ ਪੈਦਾ ਕੀਤਾ ਹੈ
ਤੇ ਲਾਲ ਚੁੰਨੀ ਸਿਰ ਤੇ ਬੰਨਣ ਦਾ ਮਤਲਬ ਹੀ ਕੋਈ ਨਹੀਂ। ਚੁੰਨੀ ਤਾਂ ਬੀਬੀਆਂ ਲੈਂਦੀਆਂ ਹਨ, ਬੰਦੇ ਦੇ ਸਿਰ ਉੱਪਰ ਤਾਂ ਦਸਤਾਰ ਹੁੰਦੀ ਹੈ। ਤੇ ਜਿਹੜੇ ਦੇਵੀ ਦੇਵਤੇ ਜਾਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ, ਉਹਨਾਂ ਦੇ ਸਿਰ ਤੇ ਤਾਜ ਹੈ। ਸਿਰ ਉੱਪਰ ਤਾਜ ਹੋਣਾ ਚਾਹੀਦਾ, ਨਾ ਕਿ ਚੁੰਨੀ। ਮਰਦ ਦੀ ਨਿਸ਼ਾਨੀ ਤਾਂ ਦਸਤਾਰ ਤੇ ਤਾਜ ਹੈ। ਤੋ ਇਹ ਕਾਹਦੀ ਭਗਤੀ ਹੋਈ? ਸੋ ਇਸ ਵਾਸਤੇ ਮੁਕਤੀ ਤਾਂ ਇੱਕ ਪਾਸੇ ਰਹੀ, ਜਿਹੜਾ ਮਨੁੱਖੀ ਜਾਮਾ ਉਹ ਵੀ ਇਸਤਰੀ ਦਾ ਜਾਮਾ ਚੇਂਜ ਹੋ ਜਾਏਗਾ। ਇਹ ਨਿਯਮ ਹੈ ਕਿ ਜੇ ਪੂਜਾ ਪੂਰੀ ਹੋ ਜਾਏ ਤੇ ਉਹਦੇ ਵਰਗਾ ਰੂਪ ਮਿਲਦਾ ਹੈ, ਸ਼ੇਰ ਦੀ ਅਸਵਾਰੀ ਮਿਲੂਗੀ। ਜੇ ਪੂਜਾ ਅਧੂਰੀ ਰਹਿ ਗਈ ਤਾਂ ਫਿਰ ਉਹਦੀ ਅਸਵਾਰੀ ਬਣਨਾ ਪਏਗਾ। ਜੇ ਸ਼ਿਵ ਜੀ ਦੀ ਅਧੂਰੀ ਰਹਿ ਗਈ ਤਾਂ ਬਲਦ ਬਣਨਾ ਪਏਗਾ। ਜੇ ਮਾਂ ਮਾਈ ਦੀ ਅਧੂਰੀ ਰਹਿ ਗਈ ਤਾਂ ਸ਼ੇਰ ਬਣਨਾ ਪਵੇਗਾ। शिव शिव करते जो नर ध्यावै, बरद चढ़े डौरू टमकावै। महामाई की पूजा करे, नर से नार होए अवतरै। तू कहियत ही आद भवानी, ਭਵਾਨੀ ਦੇਵੀ, ਚੰਡੀ ਦੇਵੀ, ਜਿਹੜੀ ਤੂੰ ਆਦਿ ਤੋਂ ਸਾਰਿਆਂ ਦੀ ਮਾਤਾ ਕਹਿਲਾਉਂਦੀ ਹੈ। ਪੀਪੇ ਭਗਤ ਨੇ ਉਹਦੀ ਭਗਤੀ ਕੀਤੀ ਦੇਵੀ ਦੀ, ਦੇਵੀ ਹੋ ਗਈ ਪ੍ਰਗਟ। ਪੀਪਾ ਇੱਕ ਰਾਜਾ ਸੀਗਾ, ਜਦ ਪ੍ਰਗਟ ਹੋ ਗਈ ਕਹਿੰਦੀ ਭਗਤਾ ਮੈਂ ਤੇਰੇ 'ਤੇ ਪ੍ਰਸੰਨ ਹਾਂ, ਮੰਗ ਕੀ ਮੰਗਦਾ ਵਰ ਮੰਗ। ਤਾਂ ਪੀਪਾ ਜੀ ਕਹਿਣ ਲੱਗੇ ਹੇ ਮਾਤਾ ਜੀ, ਮੈਨੂੰ ਰੱਬ ਦਾ ਦਿੱਤਾ ਸਭ ਕੁਛ ਹੈ, ਆਪ ਦੀ ਵੀ ਕਿਰਪਾ ਹੈ, ਰਾਜ ਭਾਗ ਹੈ, ਹੋਰ ਕੀ ਚਾਹੀਦਾ? ਇੱਕ ਮੁਕਤੀ ਮੈਨੂੰ ਦੇ ਦਿਓ। ਤਾਂ ਉਸ ਵਕਤ ਕਹਿਣ ਲੱਗੀ ਕੁਛ ਹੋਰ ਮੰਗ ਲਾ। ਕਮਜ਼ੋਰੀ ਨਹੀਂ ਦੱਸੀ, ਆਪ ਦੀ ਕਮਜ਼ੋਰੀ। ਪੀਪਾ ਜੀ ਬੜੇ ਸ਼ਰਧਾਲੂ ਕਹਿੰਦੇ ਨਹੀਂ ਮਾਤਾ ਜੀ ਮੈਨੂੰ ਮੁਕਤੀ ਦੇ ਦਿਓ। ਨਾ ਹਾਂ ਨਾ ਨਾ, ਬੰਦਾ ਸੱਚ ਤਾਂ ਦੱਸੇ, ਸਹੀ ਰਸਤੇ ਤਾਂ ਚਲਾਏ। ਕੁਛ ਜਵਾਬ ਨਹੀਂ ਦਿੱਤਾ, ਹਾਮ ਨਹੀਂ ਕੀਤੀ। ਉਸੇ ਵਕਤ ਛਪਣੀ ਹੋ ਗਈ, ਮੁੜ ਕੇ ਨਹੀਂ ਲੱਭੀ। ਪੀਪਾ ਜੀ ਨੇ ਸੋਚਿਆ ਵੀ ਇਹ ਭੱਜ ਕਿਉਂ ਗਈ ਹੈ। ਸੰਤਾਂ ਦੀ ਸੰਗਤ ਚੋਂ ਪਤਾ ਲੱਗਦਾ ਇਹ ਤਾਂ ਆਪ ਖੁਦ ਮੁਕਤ ਨਹੀਂ ਹਨ। ਮਹਾਰਾਜ ਨੇ ਬਚਨ ਕੀਤਾ ਹੈ, ਇੰਦਰਪੁਰੀ ਮੈਂ ਸਰ ਪਰ ਮਰਨਾ। ਇੰਦਰਪੁਰੀ ਨੇ ਵੀ ਮਰ ਜਾਣਾ ਹੈ। ਬ੍ਰਹਮਪੁਰੀ ਨਿਰਚਲ ਨਹੀਂ ਰਹਿਣਾ, ਬ੍ਰਹਮਾ ਦੀ ਪੁਰੀ ਨੇ ਵੀ ਅਚਲ ਨਹੀਂ ਰਹਿਣਾ। ਸ਼ਿਵਪੁਰੀ ਕਾ ਹੋਏਗਾ ਕਾਲਾ, ਸ਼ਿਵ ਜੀ ਦੀ ਪੁਰੀ ਦਾ ਵੀ ਕਾਲ ਹੋ ਜਾਏਗਾ। ਤ੍ਰੈ ਗੁਣ ਮਾਇਆ ਬਿਨਸ ਬਿਤਾਲਾ, ਸ਼ਿਵ ਜੀ ਰਜੋ ਆਪਣਾ ਤਮੋ ਗੁਣੀ ਹੈ, ਬ੍ਰਹਮਾ ਰਜੋ ਗੁਣੀ ਹੈ, ਤੇ ਵਿਸ਼ਨਪੁਰੀ ਇਹ ਸਤੋ ਗੁਣੀ ਹੈ। ਇਹ ਤਿੰਨਾਂ ਗੁਣਿਆਂ ਦਾ ਖਾਤਮਾ ਹੋ ਜਾਏਗਾ। ਤ੍ਰੈ ਗੁਣ ਮਾਇਆ, ਤ੍ਰਿਗੁਣਾਤਕ ਮਾਇਆ ਦਾ ਬਿਨਸ ਬਿਤਾਲਾ, ਇਹ ਨਾਸ਼ ਹੋ ਜਾਏਗਾ। ਇਸ ਵਾਸਤੇ ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਾਹਾ ਛਪਾਨੀ। ਮੁਕਤ ਦੀ ਵਾਰੀ ਆਈ ਤਾਂ ਕਿੱਥੇ ਲੁਕ ਗਈ? ਗੁਰਮਤਿ ਰਾਮ ਨਾਮ ਕੋ ਅਮੀਤ, ਇਸ ਲਈ ਗੁਰੂ ਦੀ ਮੱਤ ਧਾਰਨ ਕਰੋ। ਇਹ ਗੁਰਮੁਖੋ ਤੇ ਰਮੇ ਹੋਏ ਵਾਹਿਗੁਰੂ ਦੇ ਨਾਮ ਨੂੰ ਮੇਰੇ ਮਿੱਤਰੋ ਜਪਣਾ ਕਰੋ। ਗੁਰਮਤਿ ਰਾਮ ਨਾਮ ਕੋ ਮੀਤਾ, ਪ੍ਰਣਮੈ ਨਾਮਾ ਇਉਂ ਕਹਿ ਗੀਤਾ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਘਰ ਵਿੱਚ ਆ ਕੇ ਹੀ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ। ਇਤਿਹਾਸ ਦੇ ਵਿੱਚ ਇਹਦੇ ਸਬੂਤ ਮਿਲਦੇ ਨੇ। ਮਲਸੀਆਂ ਜਿਹੜਾ ਪਿੰਡ ਹੈ, ਇਹ ਮੋਗੇ ਤੋਂ ਜਦ ਜਲੰਧਰ ਨੂੰ ਜਾਈਏ ਤਾਂ ਰਸਤੇ ਦੇ ਵਿੱਚ ਆਉਂਦਾ ਹੈ ਮਲਸੀਆਂ। ਮਲਸੀਆਂ ਤੋਂ 10 ਮੀਲ ਦੀ ਦੂਰੀ 'ਤੇ ਸੁਲਤਾਨਪੁਰ ਲੋਧੀ ਹੈ। ਬਿਆਸਾ ਟੱਪ ਕੇ, ਕਪੂਰਥਲਾ ਲੰਘ ਕੇ। ਇਹ ਭਾਈ ਭਗੀਰਥ ਜੀ ਇੱਥੋਂ ਦੇ ਸਰਪੰਚ ਸੀਗੇ, ਮੁਖੀ ਸੀ ਮਲਸੀਆਂ ਦੇ। ਉਹ ਵੀ ਦੇਵੀ ਦੇ ਉਪਾਸ਼ਕ ਸਨ। ਇੱਕ ਦਿਨ ਅੰਮ੍ਰਿਤ ਵੇਲੇ ਤੋਂ ਲੈ ਕੇ ਤੇ ਅੱਧੀ ਰਾਤ ਤੱਕ ਦੇਵੀ ਦੀ ਮੂਰਤੀ ਅੱਗੇ ਬੈਠੇ ਪੂਜਾ ਕਰਦੇ ਰਹੇ। ਉਹਦਾ ਨਾਮ ਜਪਦੇ ਇਹੋ ਜਿਹੀ ਬਿਰਤੀ ਟਿਕੀ ਕਿ ਰਾਤ ਦੇ 12 ਵਜੇ ਤੱਕ ਭਗਤੀ ਕੀਤੀ।
ਨਾ ਰੋਟੀ ਨਾ ਪਾਣੀ, ਤੇ ਚੌਂਕੜਾ ਮਾਰਿਆ ਹੋਇਆ। 12 ਵਜੇ ਤੋਂ ਬਾਅਦ ਅੰਮ੍ਰਿਤ ਵੇਲੇ ਕੁਝ ਕੱਖ ਲੱਗੇ, ਸੁਪਨੇ ਵਿੱਚ ਦੇਵੀ ਨੇ ਪ੍ਰਗਟ ਹੋ ਕੇ ਦਰਸ਼ਨ ਦਿੱਤੇ। ਪੁੱਛਿਆ, ਭਗਤਾ ਦੱਸ ਕੀ ਮੰਗਦਾ ਹੈ? ਕਹਿੰਦਾ, ਹੇ ਮਾਤਾ ਮੈਨੂੰ ਮੁਕਤੀ ਦੇ। ਕਹਿੰਦੀ ਕਿ ਕੁਝ ਹੋਰ ਮੰਗ ਲਾ? ਕਹਿੰਦਾ ਨਹੀਂ। ਕਹਿੰਦੀ ਮੁਕਤ ਤਾਂ ਮੈਂ ਆਪ ਵੀ ਨਹੀਂ ਹਾਂ। ਕਹਿੰਦਾ ਫਿਰ ਤਾਂ ਮੈਨੂੰ ਮੁਕਤੀ ਚਾਹੀਦੀ ਆ। ਕਹਿੰਦੇ ਮੈਂ ਤੈਨੂੰ ਵਰ ਦੇ ਸਕਦੀ ਹਾਂ ਵੀ ਤੈਨੂੰ ਗੁਰੂ ਦੀ ਪ੍ਰਾਪਤੀ ਹੋਏਗੀ। ਜਿਹੜੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿੱਥੇ ਰਹਿੰਦੇ ਨੇ? ਇੱਥੋਂ 10 ਮੀਲ ਦੀ ਦੂਰੀ 'ਤੇ ਗੁਰਦੁਆਰਾ ਹੱਟ ਸਾਹਿਬ ਦੀ ਕਾਰ ਸੇਵਾ ਕਰ ਰਹੇ ਨੇ, ਉਹਨਾਂ ਦੇ ਚਰਨਾਂ 'ਚ ਚਲਿਆ ਜਾ। ਭਾਈ ਭਗੀਰਥ ਜੀ ਅਨਿੰਨ ਸਿੱਖ ਸ਼ਰਧਾਲੂ ਬਣੇ ਗੁਰੂ ਮਹਾਰਾਜ ਦੇ। ਇਤਿਹਾਸ ਵਿੱਚ ਉਹਨਾਂ ਦਾ ਨਾਮ ਜ਼ਿਕਰਯੋਗ ਹੈ। ਗੁਰਦੁਆਰਾ ਹੱਟ ਸਾਹਿਬ ਵਾਲੇ ਅਸਥਾਨ ਦੇ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਏ। ਸੱਚੇ ਪਾਤਸ਼ਾਹ ਦੀ ਚਰਨਾਂ 'ਚ ਰਹਿ ਕੇ ਸੇਵਾ ਕਰਦੇ ਰਹੇ। ਮਹਾਰਾਜ ਨੇ ਉਹਨਾਂ ਨੂੰ 3 ਗੱਲਾਂ ਉਪਦੇਸ਼ ਦ੍ਰਿੜ ਕਰਾਇਆ ਕਿ ਹਉਮੈ ਤਜਨ, ਨਾਮ ਲਿਵ ਲਾਵਨ, ਭਾਣਾ ਮੰਨਣ, ਪੰਥ ਇਹੋ ਪਾਵਨ। ਇਹ ਹਉਮੈ ਦਾ ਤਿਆਗ ਕਰ ਦੇ, ਨਾਮ ਦੇ ਵਿੱਚ ਲਿਵ ਲਾ ਕੇ ਰਹੋ, ਤੇ ਵਾਹਿਗੁਰੂ ਜੀ ਦਾ ਭਾਣਾ ਸਿਰ ਮੱਥੇ ਮੰਨ। ਇਹ 3 ਗੱਲਾਂ ਦ੍ਰਿੜ ਕਰ ਲੈ ਤੂੰ ਮੁਕਤ ਹੋ ਜਾਏਗਾ। ਬਾਕੀ ਨਾਮ ਜਪ ਸੇਵਾ ਕਰ। ਉਹਨੇ ਫਿਰ ਅੱਗੇ ਮਨਸੁਖ ਸ਼ਾਹੂਕਾਰ ਲਾਹੌਰ ਤੋਂ ਲਿਆ ਕੇ ਮਹਾਰਾਜ ਦੇ ਚਰਨੀ ਪਾਇਆ, ਉਹਦੀ ਕਲਿਆਣ ਕੀਤੀ। ਇੰਜ ਪਾਵਨ ਸ੍ਰੀ ਲਹਿਣਾ ਜੀ ਜਦ ਖਡੂਰ ਸਾਹਿਬ ਤੋਂ ਆਪ ਜੀ ਦੇ ਸਹੁਰਾ ਸਾਹਿਬ ਦੀ ਜਗ੍ਹਾ 'ਤੇ ਸੰਗ ਲੈ ਕੇ ਜਾ ਰਹੇ ਸੀ ਦੇਵੀ ਦਾ, ਤਾਂ ਰਸਤੇ ਵਿੱਚ ਕਰਤਾਰਪੁਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਦਰਬਾਰ ਦੇ ਅੰਦਰ ਅੰਮ੍ਰਿਤ ਵੇਲੇ ਇੱਕ ਬੜੀ ਸੋਹਣੀ ਸੁਨੱਖੀ ਬੀਬੀ, ਜਿਹਨੇ ਲਾਲ ਚੂੜਾ ਤੇ ਸੂਹਾ ਕੱਪੜਾ ਪਾਇਆ ਹੋਇਆ, ਸੋਨੇ ਦੇ ਗਹਿਣਿਆਂ ਨਾਲ ਲੱਦੀ ਹੋਈ, ਤੇ ਝਾੜੂ ਫੇਰ ਰਹੀ ਪਾਵਨ ਸ੍ਰੀ ਲਹਿਣਾ ਜੀ ਨੂੰ ਦੇਖੀ। ਆਖਿਆ, ਬੀਬੀ ਭੈਣਾ ਤੂੰ ਕੌਣ ਹੈ? ਤੇਰੇ ਬਸਤਰ ਬੜੇ ਸੋਹਣੇ ਨੇ, ਜਿਸ ਤਰ੍ਹਾਂ ਕੋਈ ਵਿਆਹ ਤੋਂ ਆਇਆ ਹੋਵੇ, ਤੇ ਤੂੰ ਕਿੱਥੇ ਦੀ ਰਹਿਣ ਵਾਲੀ ਹੈ? ਅੰਮ੍ਰਿਤ ਵੇਲੇ ਇੰਨੀ ਸਵਖਤ ਕਿ ਇਕੱਲੀ ਕਿਵੇਂ ਆਈ ਹੈ? ਕਹਿਣ ਲੱਗੀ, ਹੇ ਭਗਤਾ ਮੈਂ ਦੇਵੀ ਹਾਂ, ਜਵਾਲਾਮੁਖੀ ਦੇਵੀ, ਜਿਹਦੇ ਦਰਸ਼ਨਾਂ ਨੂੰ ਤੂੰ ਆਪ ਦਾ ਸੰਗ ਲੈ ਕੇ ਜਾ ਰਹੀ ਹਾਂ। ਕਹਿੰਦੇ ਮਾਤਾ ਅਸੀਂ ਤਾਂ ਤੇਰੇ ਦਰਸ਼ਨਾਂ ਨੂੰ ਤੇਰੇ ਕੋਲੋਂ ਮੰਗਣ ਜਾ ਰਹੇ ਹਾਂ, ਤੇ ਤੂੰ ਇੱਥੇ ਕੀ ਕਰ ਰਹੀ ਹੈ? ਕਹਿੰਦੀ ਇਹ ਪ੍ਰਭੂ ਦਾ ਰੂਪ ਹਨ, ਇਹਨਾਂ ਦੇ ਦਰਬਾਰ ਵਿੱਚੋਂ ਹੀ ਤਾਂ ਮੈਂ ਝਾੜੂ ਫੇਰ ਕੇ ਵਰ ਲੈਂਦੀ ਹਾਂ। ਜਿਹੜੇ ਵਰ ਇਹ ਮੈਨੂੰ ਬਖਸ਼ਦੇ ਨੇ ਉਹੀ ਮੈਂ ਅੱਗੇ ਤੁਹਾਡੇ ਵਰਗੇ ਭਗਤਾਂ ਨੂੰ ਵੰਡਦੀ ਹਾਂ। ਅੱਛਾ, ਤੇ ਜੇ ਤੂੰ ਵੀ ਇੱਥੋਂ ਮੰਗਦੀ ਹੈ, ਏਡੀ ਦੂਰ ਆਪਾਂ ਨੂੰ ਜਾਣ ਦੀ ਕੀ ਲੋੜ ਪੈ ਗਈ? ਆਪਾਂ ਸਿੱਧੇ ਹੀ ਧੁਰ ਨਾਲ ਜੁੜਦੇ ਹਾਂ। ਸਤਿਗੁਰੂ ਮਹਾਰਾਜ ਨੇ, ਸਾਡੇ ਸ਼ਹਿਨਸ਼ਾਹ ਪਿਤਾ ਜੀ ਨੇ ਕੋਈ ਵਿੱਚ ਵਿਚੋਲਾ ਨਹੀਂ ਪਾਇਆ, ਸਾਨੂੰ ਸਿੱਧਾ ਧੁਰ ਦੇ ਨਾਲ ਜੋੜਿਆ। ਧੁਰ ਕੀ ਬਾਣੀ ਆਈ ਤੈਨੂੰ ਸਗਲੀ ਚਿੰਦ ਮਿਟਾਈ। ਬਾਣੀ ਦੇ ਰਾਹੀਂ ਤੁਸੀਂ ਧੁਰ ਦਰਗਾਹ ਤੱਕ ਪਹੁੰਚ ਸਕਦੇ ਹੋ। ਕੋਈ ਬੰਦੇ ਦੀ ਜ਼ਰੂਰਤ ਨਹੀਂ ਹੈ, ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਜਾਗਤ ਜੋਤ ਜਪੈ ਨਿਸਬਾਸੋ, ਏਕ ਬਿਨਾ ਮਨ ਨਾਇਕ ਨਾਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਮ੍ਰਿਤ ਗੋਰ ਮੜੀ ਮਟ ਭੂਲ ਨਾ ਮੰਨੈ। ਗੋਰ ਨਾਮ ਹੈ ਕਬਰ ਦਾ, ਮੜੀ ਤੇ ਮੱਟ ਹੁੰਦਾ ਜੋਗੀਆਂ ਦਾ। ਮੜੀਆਂ ਲੋਕਾਂ ਬਣਾਈਆਂ ਹੁੰਦੀਆਂ, ਕਬਰਾਂ ਜਿਹੜੀਆਂ ਮੁਸਲਮਾਨਾਂ ਦੀਆਂ ਹੁੰਦੀਆਂ ਨੇ। ਕਿਉਂ? ਕਬਰ ਨੂੰ ਮੱਥਾ ਨਹੀਂ ਟੇਕਣਾ, ਉਹਦੀ ਪੂਜਾ ਨਹੀਂ ਕਰਨੀ, ਮੜੀਆਂ ਦੇ ਦੀਵੇ ਨਹੀਂ ਜਗਾਉਣੇ, ਮੱਠਾਂ 'ਤੇ ਜਾ ਕੇ ਨੱਕ ਨਹੀਂ ਰਗੜਨੇ, ਵਰਤਾਦਿਕ ਕਿਸੇ ਦੇਵੀ ਦੇਵਤੇ ਦਾ, ਕੋਈ ਪੁੰਨਿਆਂ ਦਾ, ਕੋਈ ਮੱਸਿਆ ਦਾ, ਕੋਈ ਕਰਵਾ ਚੌਥ, ਕੋਈ ਮੰਗਲਵਾਰ, ਕੋਈ ਵੀਰਵਾਰ। ਕਹੇ ਜੀ ਮੈਂ ਤਾਂ ਹਨੂੰਮਾਨ ਦਾ ਵਰਤ ਰੱਖਿਆ, ਅੱਜ ਵੀਰਵਾਰ ਹੈ। ਕੋਈ ਕਹਿੰਦਾ ਜੀ ਅੱਜ ਮੰਗਲਵਾਰ ਹੈ ਜੀ, ਮੈਂ ਤਾਂ ਦੇਵੀ ਦਾ ਰੱਖਿਆ ਹੋਇਆ। ਇਹ ਐਤਵਾਰ ਬਾਬੇ ਦਾ ਲਾਮਾ ਮਿਲਾ ਹੋਣਾ ਵੀ ਕਿਤੇ ਗੁਰਦੁਆਰਾ ਗੁੱਸੇ ਨਾ ਹੋ ਜਾਏ। ਉਹ ਹੰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਰਵਰ ਦਾ, ਇੱਕ ਹਿਰਸ ਸੋ ਬਾਬੇ ਨਾਨਕ ਦੀ। ਤੋ ਇੰਜ ਇਸ ਤਰ੍ਹਾਂ ਕੁਛ ਪ੍ਰਾਪਤ ਹੋਣ ਵਾਲਾ ਨਹੀਂ ਹੈ। ਬਹੁਤੀਆਂ ਬੇੜੀਆਂ 'ਚ ਜਿਹੜਾ ਬੰਦਾ ਲੱਤਾਂ ਰੱਖਦਾ, ਸਾਡਾ ਇਹ ਸਮਾਜ ਦੀ ਮਰਿਆਦਾ ਹੈ ਕਿ ਬੀਬੀ ਇੱਕ ਨਾਲ ਹੀ ਆਨੰਦ ਕਾਰਜ ਕਰਵਾ ਸਕਦੀ ਹੈ, ਤੇ ਮਰਦ ਦੀ ਮਰਿਆਦਾ ਵੀ ਇਹੀ ਹੈ ਕਿ ਇੱਕ ਬੀਬੀ ਨਾਲ ਹੀ ਆਨੰਦ ਕਾਰਜ ਹੁੰਦੇ ਨੇ। ਇਹ ਸਾਡੇ ਦੇਸ਼ ਦਾ ਕਾਨੂੰਨ ਹੈ। ਇਸ ਵਾਸਤੇ ਜਿਨਨੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ,
ਨਾਮ ਜਪਣਾ ਹੈ, ਵਾਹਿਗੁਰੂ ਜੀ ਨੂੰ ਖੁਸ਼ ਕਰਨਾ ਹੈ, ਤੇ ਮੱਥੇ ਕਿਤੇ ਹੋਰ ਨਾ ਪਾਸੇ ਟੇਕੀ ਜਾਏ, ਆਪ ਦੇ ਮਾਲਕ ਕਿਸੇ ਹੋਰ ਨੂੰ ਹੀ ਬਣਾਈ ਜਾਏ। ਦੱਸੋ ਪ੍ਰਭੂ ਦੀ ਪ੍ਰਾਪਤੀ, ਉਹਦੀ ਖੁਸ਼ੀ ਕਿਵੇਂ ਹੋਏਗੀ ਜੇ ਉਹਦੇ 'ਤੇ ਭਰੋਸਾ ਹੀ ਨਹੀਂ, ਉਹਦੇ 'ਤੇ ਵਿਸ਼ਵਾਸ ਹੀ ਨਹੀਂ ਹੈ। ਤੋ ਇਸ ਲਈ ਇੱਕੋ ਬੇੜੀ 'ਚ ਜੇ ਬੈਠਾਂਗੇ ਉਹੀ ਪਾਰ ਲੰਘਾਏਗੀ, ਬਹੁਤੀਆਂ ਬੇੜੀਆਂ ਦੇ ਵਿੱਚ ਡੁੱਬਣਾ ਹੋਏਗਾ। ਜਿਹੜੇ ਬਾਹਰਲੇ ਬੰਦੇ ਨੇ ਉਹ ਤਾਂ ਗੁਰਦੁਆਰੇ ਆ ਰਹੇ ਨੇ। ਮੈਂ ਇਤਿਹਾਸ ਦੇ ਵਿੱਚੋਂ ਇਹ ਗੱਲ ਪੜ੍ਹ ਕੇ ਬੜਾ ਵਿਚਾਰਦਾ ਹੁੰਦਾ ਕਿ ਅਸੀਂ ਜੰਮੇ ਗੁਰੂ ਘਰ 'ਚ, ਪਲੇ ਗੁਰੂ ਘਰ 'ਚ, ਖੇਡੇ ਗੁਰੂ ਘਰ ਵਿੱਚ, ਮਾਂ ਨੇ ਲਿਆ ਕੇ ਗੁਰਦੁਆਰੇ ਮੱਥਾ ਟਿਕਾਇਆ, ਇਹ ਤੋਂ ਬਗੈਰ ਸਾਨੂੰ ਕਿਤੇ ਵੀ ਨਹੀਂ ਲੈ ਕੇ ਗਈ, ਤੇ ਆਪਾਂ ਫਿਰ ਵੀ ਬੇਮੁਖ ਹੋ ਕੇ ਬਾਹਰ ਨੂੰ ਭੱਜਦੇ ਹਾਂ। ਕੋਈ ਕੇਸ ਕਟਾਈ ਜਾ ਰਿਹਾ, ਕੋਈ ਕੁਛ, ਕੋਈ ਕੁਛ, ਸਾਡਾ ਦਿਲ ਹੀ ਨਹੀਂ ਲੱਗ ਰਿਹਾ। ਪਤਾ ਨਹੀਂ ਕੀ ਕਾਰਨ ਹੈ, ਕਿਹੋ ਜਿਹੇ ਮਾੜੇ ਕਰਮ ਆਪਾਂ ਕੀਤੇ ਨੇ। ਤੁਸੀਂ ਵੇਖੋ, ਇੱਕ ਸੰਤੋਖਾ ਜੋਗੀ ਸਤਿਯੁਗ ਦੇ ਵਿੱਚ ਬੰਦਗੀ ਕਰਦਾ, ਆਪਦੇ ਗੁਰੂ ਨੂੰ ਪ੍ਰਸੰਨ ਕਰ ਲਿਆ। ਕਹਿੰਦੇ ਦੱਸ ਭਾਈ ਕੀ ਚਾਹੁੰਦਾ? ਕਹਿੰਦਾ ਜੀ ਮੈਨੂੰ ਮੁਕਤ ਕਰ ਦਿਓ। ਉਹ ਕਹਿੰਦਾ ਮੁਕਤ ਤਾਂ ਮੈਂ ਆਪ ਵੀ ਨਹੀਂ ਹਾਂ। ਕਹਿੰਦਾ ਮੈਨੂੰ ਤਾਂ ਫਿਰ ਮੁਕਤੀ ਚਾਹੀਦੀ ਹੈ। ਕੋਈ ਗੁਰੂ ਪੀਰ ਦੇਵੀ ਦੇਵਤਾ ਜਦੋਂ ਦੀ ਦੁਨੀਆ ਬਣੀ ਆ ਅੱਜ ਤੱਕ ਇਤਿਹਾਸ ਪੜ੍ਹ ਕੇ ਵੇਖ ਲਓ, ਜੇ ਕਿਸੇ ਨੇ ਮੁਕਤੀ ਦਿੱਤੀ ਹੋਵੇ। ਧਰੂ ਜੀ ਨੇ ਵਿਸ਼ਨੂੰ ਦੀ ਭਗਤੀ ਕੀਤੀ, ਪ੍ਰਹਿਲਾਦ ਨੇ ਵੀ ਵਿਸ਼ਨੂੰ ਦੀ ਕੀਤੀ, ਮੁਕਤੀ ਨਹੀਂ ਮਿਲੀ। ਕਹਿੰਦੇ ਉੱਥੇ ਪਹੁੰਚਾ ਦਿਓ ਜਿੱਥੇ ਵੱਡ ਵਡੇਰੇ ਵੀ ਨਾ ਪਹੁੰਚੇ ਹੋਣ। ਕਹਿੰਦੇ ਬਸ ਮੇਰੀ ਤਾਂ ਇੰਨੀ ਕੁ ਸਮਰੱਥਾ, ਮੈਂ ਤਾਂ ਬੈਕੁੰਠ 'ਚ ਲਿਜਾ ਸਕਦਾ, ਤੇ ਬੈਕੁੰਠ ਦੇ ਉੱਪਰ ਜਿੰਨੀ ਕੁ ਸਮਰੱਥਾ ਉਨੀ ਕੁ ਪੂਰੀ ਉੱਪਰ ਕਰ ਦਿੱਤੀ। ਬਸ ਸੱਚਖੰਡ ਦੇ ਦਰਸ਼ਨ ਨਹੀਂ ਹੋਏ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਗਟ ਹੋਣ ਤੋਂ ਬਾਅਦ ਜਦ ਗੁਰੂ ਮਹਾਰਾਜ ਨੇ ਯਾਤਰਾ ਕੀਤੀ ਸਮੀਰ ਪਰਬਤ ਤੋਂ ਅੱਗੇ ਦੀ ਅੱਗੇ ਧਰੂਪੁਰੀ, ਪ੍ਰਹਿਲਾਦਪੁਰੀ 'ਚ ਗਏ ਨੇ, ਉਹਨਾਂ ਨੂੰ ਦਰਸ਼ਨ ਬਖਸ਼ੇ ਉਹਨਾਂ ਦੀ ਭਗਤੀ ਦੇ ਪ੍ਰਤਾਪ ਕਰਕੇ, ਤੇ ਫਿਰ ਉਹਨਾਂ ਨੂੰ ਨਿਰਗੁਣ ਤੇ ਸਰਗੁਣ 'ਚ ਭੇਦਤਾ ਬਖਸ਼ ਕੇ ਸੱਚਖੰਡ ਦੇ ਅਧਿਕਾਰੀ ਬਣਾਏ। ਸੱਚਖੰਡ ਦਾ ਦਰਵਾਜ਼ਾ ਗੁਰੂ ਨਾਨਕ ਸਾਹਿਬ ਨੇ ਖੋਲ੍ਹਿਆ ਹੈ। ਕੇਵਲ ਮੁਕਤੀ ਮਹਾਰਾਜ ਨੇ ਬਖਸ਼ੀ ਹੈ। 4 ਪ੍ਰਕਾਰ ਦੀਆਂ ਮੁਕਤੀਆਂ ਨੇ। ਸ਼ਲੋਕ ਮੁਕਤੀ, ਜਿਸ ਤਰ੍ਹਾਂ ਗੁਰਦੁਆਰਾ ਲੋਕ ਇਹਦੇ ਵਿੱਚ ਆਪ ਬੈਠੇ ਹੋਏ ਹੋ। ਸਰੂਪ ਮੁਕਤੀ, ਮਹਾਰਾਜ ਦਾ ਰੂਪ ਗਾਤਰਾ ਪਾ ਲੈਣਾ, ਗੁਰੂ ਸਾਹਿਬ ਵਰਗੀ ਦਸਤਾਰ, ਸਰੂਪ ਮੁਕਤੀ। ਸਜੁਜ ਮੁਕਤੀ, ਜਿਸ ਤਰ੍ਹਾਂ ਪਾਣੀ 'ਚ ਖੰਡ ਘੋਲ ਲਈਦੀ ਹੈ। ਸਮੀਪ ਮੁਕਤੀ, ਜਿਸ ਤਰ੍ਹਾਂ ਮਹਾਰਾਜ ਦੀ ਹਜ਼ੂਰੀ 'ਚ ਸਿੰਘ ਚੌਰ ਕਰ ਰਿਹਾ, ਆਪਾਂ ਸਾਰੇ ਹਜ਼ੂਰੀ 'ਚ ਹੀ ਬੈਠੇ ਹੋਏ ਆ, ਨੇੜਤਾ ਹੋ ਜਾਣੀ ਆਪਣੇ ਇਸ਼ਟ ਦੇਵ ਦੀ। ਤੇ ਸਜੁਜ ਮੁਕਤੀ, ਪਾਣੀ ਤੇ ਖੰਡ, ਪਾਣੀ ਤੇ ਲੂਣ ਵਰਗੀ ਅਵਸਥਾ, ਪਰ ਤੁਸੀਂ ਅੱਗ ਤੇ ਰੱਖ ਕੇ ਪਾਣੀ ਉਡਾ ਕੇ ਖੰਡ ਨੂੰ ਪ੍ਰਾਪਤ ਕਰ ਸਕਦੇ ਹੋ, ਕਿਉਂ ਕਿਤੇ ਨਾ ਕਿਤੇ ਕਾਲ ਦੇ ਵਸ ਜੀਅ ਪੈ ਸਕਦਾ। ਜਿਹੜੀ ਮੁਕਤੀ ਦੀ ਬਾਤ ਇੱਥੇ ਆਈ ਹੈ, ਜਨਮ ਮਰਨ ਦੀ ਨਿਵਰਤੀ, ਉਹ ਹੈ ਕੇਵਲ ਮੁਕਤੀ। ਕੇਵਲ ਤੇ ਕੇਵਲ ਵਾਹਿਗੁਰੂ ਦਾ ਹੀ ਰੂਪ ਹੋ ਜਾਣਾ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ, ਸੂਰਜ ਦੀ ਕਿਰਨ ਸੂਰਜ ਤੋਂ ਵੱਖਰੀ ਨਹੀਂ ਹੁੰਦੀ। ਜਾਪ ਦੀ ਵੱਖਰੀ ਹੈ, ਪਰ ਹੁੰਦਾ ਉਹ ਸੂਰਜ ਦਾ ਹੀ ਰੂਪ ਹੈ। ਉਹ ਇੰਜ ਵਾਹਿਗੁਰੂ ਵਿੱਚ ਇੱਕਮਿਕ ਹੋ ਜਾਣਾ। ਬ੍ਰਹਮੇ ਬ੍ਰਹਮ ਮਿਲਿਆ, ਕੋਈ ਨਾ ਸਾਕੈ ਭਿੰਨ ਕਰ ਬਰਲਾਮ ਜੀਓ। ਇਹ ਮੁਕਤੀ ਮਹਾਰਾਜ ਦੇ ਘਰੋਂ ਮਿਲੀ ਹੈ। ਉਹਦੇ ਗੁਰੂ ਨੇ ਆਖਿਆ ਫਿਰ ਮੈਂ ਤੈਨੂੰ ਵਰ ਦਿੰਦਾ ਕਿ ਤੂੰ ਕਲਯੁਗ ਦੇ ਵਿੱਚ ਗੁਰੂ ਸਾਹਿਬ ਦੇ ਚਰਨੀ ਪਾਏਗਾ, ਉਹ ਤੈਨੂੰ ਮੁਕਤ ਕਰਨਗੇ। ਕਹਿੰਦਾ ਮਹਾਰਾਜ ਕਲਯੁਗ ਕਦੋਂ ਆਏਗਾ? ਸਤਿਯੁਗ ਦੀ ਬਾਤ, ਮੈਂ ਜੰਮਦਾ ਮਰਦਾ ਕਿਤੇ ਬੇਮੁਖ ਹੋ ਗਿਆ, ਫਿਰ ਇਸੇ ਸਰੀਰ 'ਚ ਮੁਕਤੀ ਚਾਹੀਦੀ ਹੈ। ਕਹਿੰਦੇ ਫਿਰ ਇੰਜ ਕਰ, ਚੌਂਕੜਾ ਮਾਰ ਕੇ ਮੱਠ ਬਣਾ ਕੇ ਬੈਠ ਜਾ। ਉਹਨੇ ਮੱਠ ਬਣਾ ਕੇ ਚੌਂਕੜਾ ਮਾਰ ਕੇ ਸਮਾਧੀ ਲਾ ਲਈ, 10ਵੇਂ ਦੁਆਰ ਸਵਾਸ ਚੜਾ ਲਏ। ਜਦੋਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ ਹੈ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਮੋਢੀ ਕੱਢੀ ਹੈ, ਤੇ ਦੁੱਖ ਭੰਜਨੀ ਬੇਰੀ ਹੇਠਾਂ ਥੋੜ੍ਹਾ ਕੱਚੇ ਰੂਪ 'ਚ ਸਰੋਵਰ ਦੀ ਸੇਵਾ ਕਰਵਾਈ। ਉਹ ਪਾਣੀ ਪੈ ਪੈ ਕੇ ਭਰ ਗਿਆ, ਮੀਂਹ ਪੈ ਪੈ ਕੇ। ਗੁਰੂ ਸਾਹਿਬ ਦੇ ਕੋਲ ਸਮਾਂ ਥੋੜ੍ਹਾ ਸੀਗਾ, ਇਸ ਲਈ ਸੇਵਾ ਸੰਪੂਰਨ ਨਹੀਂ ਹੋਈ। ਜਦ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹੁਕਮ ਕੀਤਾ, ਤੇ ਉਹਨਾਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਜਦੋਂ ਸਰੋਵਰ ਦੀ ਸੇਵਾ ਕਰਾਈ, ਉਹ ਸੰਤੋਖ ਸੰਘ ਸਰੋਵਰ ਸੀ, ਕੋਤਵਾਲੀ ਦੇ ਬਿਲਕੁਲ ਸਾਹਮਣੇ ਹੈ।
ਬਿਲਕੁਲ ਸਿਟੀ ਸੈਂਟਰ ਅੰਦਰ ਵਿਚਕਾਰ ਸ਼ਹਿਰ ਦੇ ਹਾਲ ਬਾਜ਼ਾਰ ਦੇ ਵਿੱਚ। ਜਦ ਮਹਾਰਾਜ ਸਰੋਵਰ ਪਟਵਾ ਰਹੇ ਸਨ ਤੇ ਸੰਗਤਾਂ ਨੇ ਆ ਕੇ ਬੇਨਤੀ ਕੀਤੀ ਜੀ ਇੱਕ ਮੱਠ ਨਿਕਲਿਆ। ਮਹਾਰਾਜ ਕਹਿੰਦੇ ਉਹਦਾ ਦਰਵਾਜ਼ਾ ਲੱਭੋ। ਦਰਵਾਜ਼ਾ ਉਹ ਬੰਦ ਕਰਕੇ ਮਿੱਟੀ ਲਾਈ ਹੋਈ ਸੀ। ਦਰਵਾਜ਼ਾ ਖੋਲ੍ਹੋ, ਵਿੱਚੋਂ ਇੱਕ ਜੋਗੀ ਨਿਕਲਿਆ ਜੀ। ਗੁਰੂ ਸਾਹਿਬ ਖੁਦ ਆਪ ਆਏ। ਮਹਾਰਾਜ ਕਹਿੰਦੇ ਇਹਦੇ ਪੈਰਾਂ ਦੇ ਵਿੱਚ ਮੱਖਣੀ ਚੱਸੋ, ਇਹਦੇ ਸਿਰ 'ਚ ਮੱਖਣੀ ਚੱਸੋ। ਇੰਝ ਕਹਿ ਕੇ ਮਹਾਰਾਜ ਚਲੇ ਗਏ। ਉਹਦੀ ਮਾਲਸ਼ ਮੂਲਸ਼ ਕਰਦਿਆਂ ਤੇ 10ਵੇਂ ਦੁਆਰ ਦੇ ਵਿੱਚੋਂ ਸਵਾਸ ਹੇਠਾਂ ਉਤਰੇ। ਅੱਖਾਂ ਖੋਲ੍ਹਦੀਆਂ ਪੁੱਛਣ ਲੱਗਾ ਕਿਹੜਾ ਸਮਾਂ ਹੈ? ਸੰਗਤਾਂ ਕਹਿੰਦੀਆਂ ਜੀ ਕਲਯੁਗ ਹੈ। ਕਹਿੰਦੇ ਕਿਹੜੇ ਮਹਾਤਮਾ ਜਿਨ੍ਹਾਂ ਦੀ ਇਹ ਸੰਗਤ ਹੈ? ਕਹਿੰਦੇ 5ਵੇਂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ 5ਵੀਂ ਜੋਤ ਸ੍ਰੀ ਗੁਰੂ ਅਰਜਨ ਦੇਵ ਜੀ ਸਰੋਵਰ ਪਟਵਾ ਰਹੇ ਸਨ, ਤਾਂ ਇਹ ਆਪ ਦੇ ਦਰਸ਼ਨ ਹੋਏ। ਕਹਿੰਦੇ ਉਹਨਾਂ ਨੂੰ ਬੇਨਤੀ ਕਰੋ ਕਿ ਮੈਂ ਸਤਿਯੁਗ ਦਾ ਉਹਨਾਂ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਨ ਲਈ ਇੱਥੇ ਬੈਠਾ ਹੋਇਆ ਅਤੇ ਕਿਰਪਾ ਕਰਕੇ ਮੈਨੂੰ ਦਰਸ਼ਨ ਬਖਸ਼ਣ। ਸਤਿਗੁਰੂ ਜੀ ਆਪ ਚੱਲ ਕੇ ਆਏ। ਉਸ ਯੋਗੀ ਨੂੰ ਮਹਾਰਾਜ ਨੇ ਸਿਰ 'ਤੇ ਹੱਥ ਰੱਖ ਕੇ ਸ਼ੁਭ ਉਪਦੇਸ਼ ਬਖਸ਼ਿਆ। ਉਹ ਸਾਰਾ ਉਪਦੇਸ਼ ਗੁਰੂ ਪ੍ਰਤਾਪ ਸੂਰਜ ਗ੍ਰੰਥ 'ਚ ਬੜਾ ਖੋਲ੍ਹ ਕੇ ਲਿਖਿਆ ਹੋਇਆ ਹੈ। ਇਹ ਸੰਗਤ ਜੀਓ, ਉਹ ਯੋਗੀ ਨੂੰ ਮਹਾਰਾਜ ਨੇ ਪੁੱਛਿਆ ਵੀ ਦੱਸੋ ਯੋਗੀ ਰਾਜ ਕੀ ਚਾਹੀਦਾ ਤੁਹਾਨੂੰ? ਕਹਿੰਦੇ ਜੀ ਕਿਸੇ ਚੀਜ਼ ਦੀ ਤਮੰਨਾ ਨਹੀਂ, ਉਮਰ ਤਾਂ ਇੰਨੀ ਲੰਬੀ ਹੈ ਮੈਂ ਥੱਕ ਗਿਆ ਬੈਠਾ ਬੈਠਾ। ਤੁਸੀਂ ਉਡੀਕ ਹੀ ਬੜੀ ਕਰਾਈ ਹੈ, ਹੁਣ ਤਾਂ ਬਸ ਮੁਕਤੀ ਚਾਹੀਦੀ ਹੈ ਜੀ। ਤੇ ਮਹਾਰਾਜ ਨੇ ਮੁਕਤ ਕੀਤਾ। ਜੋਗੀ ਉੱਥੇ ਹੀ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਸਵਾਸ ਛੱਡ ਗਿਆ। ਉਹ ਗੁਰਦੁਆਰੇ ਦਾ ਨਾਂ ਹੀ ਸੰਤੋਖਸਰ ਹੈ। 5 ਸਰੋਵਰ ਨੇ ਅੰਮ੍ਰਿਤਸਰ ਦੇ। ਇੱਕ ਅੰਮ੍ਰਿਤ ਸਰੋਵਰ ਅੰਮ੍ਰਿਤਸਰ ਦੁੱਖ ਭੰਜਨੀ ਬੇਰੀ ਹੇਠ, ਇੱਕ ਕੌਲਸਰ ਮਾਤਾ ਕੌਲਾਂ ਦੇ ਨਾਮ ਦੇ, ਇੱਕ ਵਿਵੇਕਸਰ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਾਧ ਸੰਗਤ ਜੀ ਉਹ ਵਿਵੇਕ ਚਰਚਾ ਬਾਬੇ ਬੁੱਢੇ ਸਾਹਿਬ ਨਾਲ ਕੀਤੀ, ਗਿਆਨ ਹੋਇਆ। ਤੇ ਇੱਕ ਗੁਰਦੁਆਰਾ ਰਾਮਸਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ। ਅਤੇ ਇਹ ਸੰਤੋਖਸਰ ਸਭ ਤੋਂ ਪਹਿਲਾ ਸਰੋਵਰ ਸੰਤੋਖਸਰ ਹੈ ਜਿਹਦੀ ਮਹਾਰਾਜ ਨੇ ਸੇਵਾ ਕਰਵਾਈ। ਇੱਥੇ ਬੀਬੀ ਰਜਨੀ ਫਰਿਆਦ ਲੈ ਕੇ ਆਈ ਤਾਂ ਅੰਮ੍ਰਿਤ ਸਰੋਵਰ ਦੀ ਮਹਿਮਾ ਪ੍ਰਗਟ ਹੋਈ। ਮਹਾਰਾਜ ਨੇ ਉੱਥੋਂ ਹੀ ਸੰਗਤਾਂ ਇੱਧਰ ਨੂੰ ਲਿਆਂਦੀਆਂ, ਆਪਣੇ ਸਾਹਮਣੇ ਚੀਚੀ ਉਂਗਲ ਪਵਾ ਕੇ ਉਹਦੇ ਪਤੀ ਨੂੰ ਸੰਗਤਾਂ ਦੇ ਸਾਹਮਣੇ ਤੇ ਤੰਦਰੁਸਤ ਕੀਤਾ। ਸੰਗਤਾਂ ਦੀ ਮਹਿਮਾ ਪ੍ਰਗਟ ਹੋਈ। ਫਿਰ ਅੰਮ੍ਰਿਤ ਸਰੋਵਰ ਦੀ ਸੇਵਾ ਉਹ ਤੋਂ ਬਾਅਦ ਸ਼ੁਰੂ ਕੀਤੀ ਮਹਾਰਾਜ ਨੇ। ਗੁਰਦੁਆਰਾ ਨਾਮ ਹੈ ਗੁਰਦੁਆਰਾ ਟਾਹਲੀ ਸਾਹਿਬ। ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ। ਸਰੋਵਰ ਦਾ ਨਾਮ ਹੈ ਸੰਤੋਖੇ ਜੋਗੀ ਤੋਂ ਸੰਤੋਖਸਰ। ਗੁਰਦੁਆਰਾ ਨਾਮ ਟਾਹਲੀ ਸਾਹਿਬ। ਟਾਹਲੀ ਹੇਠ ਮਹਾਰਾਜ ਨੇ ਆਪ ਦਾ ਆਸਣ ਲਾਇਆ। ਉੱਥੇ ਗੁਰਦੁਆਰਾ ਸ਼ਸ਼ੋਭਤ ਸਰੋਵਰ ਦੇ ਕਿਨਾਰੇ ਤੇ ਜਿੱਥੇ ਬੈਠ ਕੇ ਸੇਵਾ ਕਰਵਾਈ। ਇੱਕ ਜੋਗੀ ਸਤਿਯੁਗ ਦਾ ਬੈਠਾ ਤੇ ਮਹਾਰਾਜ ਨੂੰ ਡੀਕਦਾ ਡੀਕਦਾ ਵੇਖੋ ਬੁੱਢਾ ਹੋ ਗਿਆ। ਮੱਟ ਬਣਾ ਕੇ ਕਿੰਨੀ ਮੁਸ਼ਕਿਲ ਹੈ ਬੈਠਣਾ। ਸਵਾਸ 10ਵੇਂ ਦੁਆਰ ਵਿੱਚ ਚੜਾਏ। ਉਹਨੇ ਗੁਰਦੁਆਰੇ ਆ ਕੇ ਤੇ ਮੁਕਤੀ ਪਾਈ। ਤੇ ਸਾਨੂੰ ਮਹਾਰਾਜ ਨੇ ਜਨਮ ਹੀ ਗੁਰਦੁਆਰੇ 'ਚ ਦਿੱਤਾ। ਸਾਰੀ ਉਮਰ ਸਾਡੀ ਲੰਘ ਗਈ ਹੈ, ਅਜੇ ਤੱਕ ਸਾਡੀ ਸ਼ਰਧਾ ਵੱਜੀ ਨਹੀਂ। ਪਤਾ ਨਹੀਂ ਕਿਹੜੀ ਦੀਵਾਲੀ ਨੂੰ ਆਪਾਂ ਮਹਾਰਾਜ ਦੇ ਚਰਨਾਂ 'ਤੇ ਸ਼ਰਧਾ ਬੰਨ੍ਹਣੀ ਹੈ, ਕਦੋਂ ਆਪਾਂ ਮਹਾਰਾਜ ਦਾ ਨਾਮ ਜਪਣਾ, ਕਦੋਂ ਅਰਦਾਸ ਕਰਾਂਗੇ। ਮੁਕਤੀ ਦੇ ਤਾਂ ਲੱਗ ਆਉਂਦੀ ਨਹੀਂ, ਆਪਾਂ ਲੰਘਦੇ। ਸਾਨੂੰ ਆ ਵੀ ਚਾਹੀਦਾ, ਉਹ ਵੀ ਚਾਹੀਦਾ, ਇਸ ਤਰ੍ਹਾਂ ਉਸ ਤਰ੍ਹਾਂ ਦੁਨਿਆਵੀ ਡਿਮਾਂਡਾਂ ਬਥੇਰੀਆਂ। ਸਾਡਾ ਮਨ ਦੁਨੀਆ 'ਚ ਭਟਕ ਰਿਹਾ ਹੈ। ਜਿਹਦੇ ਕੋਲ ਕੋਈ ਚੀਜ਼ ਹੋਵੇ ਉਹਦੀ ਕੀਮਤ ਦਾ ਉਹਨੂੰ ਪਤਾ ਨਹੀਂ ਹੁੰਦਾ। ਜਦੋਂ ਵਿਛੜ ਜਾਏ, ਗਵਾਚ ਜਾਏ, ਫਿਰ ਬੰਦਾ ਰੋਂਦਾ ਹੈ ਵੀ ਮੇਰੇ ਕੋਲੋਂ ਗਵਾਚ ਗਈ ਹੈ। ਸ਼ਾਇਦ ਪਤਾ ਨਹੀਂ ਇਸੇ ਤਰ੍ਹਾਂ ਹੀ ਹੈ, ਸਾਨੂੰ ਇਹਦੀ ਕੀਮਤ ਦਾ ਪਤਾ ਹੀ ਨਹੀਂ ਹੈ। ਮਹਾਰਾਜ ਨੇ ਸਾਨੂੰ ਜਨਮ ਤੋਂ ਹੀ ਸਭ ਕੁਝ ਬਖਸ਼ਤਾ ਤੇ ਸਾਨੂੰ ਇਹਦੀ ਕੀਮਤ ਨਹੀਂ ਪਤਾ। ਬਾਬੇ ਬੰਦੇ ਬਹਾਦਰ ਨੂੰ ਪੁੱਛ ਕੇ ਵੇਖੋ ਕਿੰਨੇ ਉਹ ਧੱਕੇ ਖਾ ਕੇ ਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਆਇਆ। ਕਿੰਨੇ ਧੱਕੇ ਖਾਦੇ ਉਹਨੇ ਦੇਖੋ। ਕਦੀ ਕਿਸੇ ਸਾਧ ਦੇ ਚਰਨਾਂ 'ਚ, ਕਦੀ ਕਿਤੇ ਕਦੀ ਕਿਤੇ। ਫਿਰ ਉਹ ਭੂਤਾਂ ਪ੍ਰੇਤਾਂ ਦੇ ਚੱਕਰ 'ਚ ਘੁੰਮ ਗਿਆ। ਜਾਦੂ ਟੂਣਿਆਂ ਵਾਲੇ ਪਾਸੇ ਵੀਰ ਵਸ ਕੀਤੇ ਹੋਏ ਸੀ। ਪੁੱਠੀ ਮੱਤ ਹੋ ਗਈ, ਦਿਮਾਗ ਪੁੱਠਾ ਭੌਂ ਗਿਆ। ਭਗਤੀ ਕਰਦਾ ਤਾਂ ਸਹੀ ਸੀਗਾ ਤੇ ਉਹ ਸਾਧੂਆਂ ਦੀ ਬੇਦ ਵੀ ਕਰੀ ਜਾਂਦਾ ਸੀਗਾ। ਮਹਾਰਾਜ ਨੂੰ ਬੁਰਹਾਨਪੁਰ ਹੀ ਖਬਰ ਮਿਲ ਗਈ ਗੁਰੂ ਗੋਬਿੰਦ ਸਿੰਘ ਨੂੰ। ਕਿਸੇ ਸਾਧੂ ਨੇ ਆਖਿਆ ਮਹਾਰਾਜ ਉੱਧਰ ਨੂੰ ਨਾ ਜਾਇਓ,
ਉੱਥੇ ਇੱਕ ਵਿਗੜਿਆ ਹੋਇਆ ਬੰਦਾ ਬੈਠਾ ਜੇ, ਉਹ ਤੁਹਾਡੀ ਬੇਅਦਬੀ ਨਾ ਕਿਤੇ ਕਰਦੇ। ਮਹਾਰਾਜ ਕਹਿੰਦੇ ਵਿਗੜਿਆਂ ਨੂੰ ਤਾਂ ਸੁਧਾਰਨ ਲਈ ਆਪਾਂ ਨੇ ਅਵਤਾਰ ਧਾਰਿਆ, ਅਸੀਂ ਤਾਂ ਇਹੋ ਜਿਹੇ ਬੰਦੇ ਲੱਭਦੇ ਆ। ਵਿਗੜਿਆ ਬੰਦਾ ਜੇ ਸੁਧਰ ਜਾਏ ਉਹ ਬਹੁਤ ਮਹਾਨ ਸੇਵਾ ਕਰਦਾ ਹੈ। ਸਾਧਾਂ ਦਾ ਕੰਮ ਥੋੜ੍ਹਾ ਆ। ਵਜੀਦੇ ਨੂੰ ਕਿਸੇ ਸਾਧ ਨੇ, ਕਿੰਨੇ ਸਾਧ ਇੱਥੇ ਤੁਰੇ ਫਿਰਦੇ ਸੀਗੇ ਮਾੜਾ ਫੇਰਨ ਵਾਲੇ। ਸਾਧਾਂ ਦਾ ਕੰਮ ਨਹੀਂ ਹੈ ਜਿਹੜਾ ਬੰਦੇ ਬਹਾਦਰ ਨੇ ਕੀਤਾ। ਵਜੀਦੇ ਨੂੰ ਸਜ਼ਾ ਦੇਣੀ ਕੋਈ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਸੀਗੀ। ਇਸ ਵਾਸਤੇ ਵਿਗੜੇ ਹੋਏ ਬੰਦਿਆਂ ਹੀ ਸੇਵਾ ਕਰਦੇ ਨੇ। ਮੈਂ ਉਹਨੂੰ ਹੀ ਜਾ ਕੇ ਪੁੱਛੂੰਗਾ, ਭਾਈ ਬਾਬਾ ਵਿਧੀ ਚੰਦ ਵੇਖੋ ਉਹਦਾ ਪਹਿਲਾ ਜੀਵਨ ਕੈਸਾ ਸੀਗਾ। ਘੋੜੇ ਲਿਆਉਣੇ ਉਹ ਸਾਡਾ ਕੰਮ ਥੋੜ੍ਹਾ ਆ। ਮਾਲਾ ਫੇਰਨ ਵਾਲੇ ਇਸ ਤਰ੍ਹਾਂ ਦਾ ਕੰਮ ਥੋੜ੍ਹਾ ਕਰ ਸਕਦੇ ਨੇ। ਪਰ ਜੇ ਵਿਗੜੇ ਬੰਦੇ ਸੁਧਰ ਜਾਣ ਤੇ ਉਹ ਐਸੀ ਮਹਾਨ ਸੇਵਾ ਕਰਦੇ ਨੇ ਜੋ ਕੋਈ ਕਰ ਨਾ ਸਕੇ। ਦੁਸ਼ਾਲੇ ਵੇਖੋ ਲੈ ਕੇ ਆਏ। ਬਾਬੇ ਵਿਧੀ ਚੰਦ ਦਾ ਨਾਮ ਦੁਨੀਆ 'ਚ ਪ੍ਰਸਿੱਧ ਹੈ। ਮਹਾਰਾਜ ਦੀ ਉਹਨਾਂ ਦੀ ਕਿਰਪਾ ਹੋਈ। ਬਾਬੇ ਬੰਦੇ ਬਹਾਦਰ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਪੁੱਛਿਆ ਵੀ ਦੱਸ ਇਹ ਕੋਈ ਅਕਲ ਹੈ? ਸੋ ਇਹ ਤਾਂ ਡੰਗਰਾਂ ਵਾਲਾ ਤੇ ਕੁੱਕਰਾਂ ਵਾਲਾ ਕੰਮ ਹੈ। ਕੁੱਤਾ ਆਪਦੇ ਇਲਾਕੇ 'ਚ ਦੂਜੇ ਕੁੱਤੇ ਨੂੰ ਨਹੀਂ ਆਉਣ ਦਿੰਦਾ। ਤੇ ਜਿਹੜਾ ਡੰਗਰ ਹੈ ਆਪਦੀ ਖੁਰਲੀ ਦੇ ਵਿੱਚ ਕਿਸੇ ਨੂੰ ਮੂੰਹ ਨਹੀਂ ਪਾਉਣ ਦਿੰਦਾ, ਢੁੱਡ ਮਾਰਦਾ, ਵੱਡੇ ਤੋਂ ਡਰ ਜਾਂਦਾ, ਛੋਟੇ ਨੂੰ ਡਰਾਉਂਦਾ। ਤੂੰ ਮਹਾਂਪੁਰਖਾਂ ਦੀ ਕਿਉਂ ਬੇਅਦਬੀ ਕਰਦਾ ਭਾਈ? ਇਹ ਸੰਤਾਂ ਸਾਧੂਆਂ ਵਾਲਾ ਕੰਮ ਹੈ। ਕੀ ਤੇਰੇ 'ਚ ਸਾਧੂ ਹੋਣਾ? ਕੀ ਤੂੰ ਖੱਟਿਆ ਦੱਸ ਇੰਨੀ ਬੰਦਗੀ ਕਰਕੇ? ਚੱਲ ਲਾਲਾ ਜੋਰ ਉਲਟਾ ਮੰਜਾ, ਮੈਂ ਵੇਖਦਾ ਬੜਾ ਤੈਨੂੰ। ਉਹ ਕੰਬੀ ਜਾਏ। ਕਹਿੰਦੇ ਮਹਾਰਾਜ ਮੇਰੇ ਵੀਰ ਜਵਾਬ ਦੇ ਗਏ। ਮੇਰੀਆਂ ਸ਼ਕਤੀਆਂ ਆਪ ਦੇ ਅੱਗੇ ਖਤਮ ਹੋ ਗਈਆਂ। ਠੀਕ ਮੈਂ ਜਿਸ ਤਰ੍ਹਾਂ ਦਾ ਮਰਜ਼ੀ ਹਾਂ ਪਰ ਆਪ ਜੈਸਾ ਨਹੀਂ ਹਾਂ। ਮਹਾਰਾਜ ਮੈਂ ਆਪ ਦਾ ਸਿੱਖ ਬਣਨਾ ਚਾਹੁੰਦਾ, ਕਿਰਪਾ ਕਰੋ। ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ। ਕਹਿੰਦਾ ਜੀ ਮੈਂ ਆਪ ਦਾ ਬੰਦਾ ਹਾਂ, ਆਪ ਦਾ ਗੁਲਾਮ ਹਾਂ, ਮੈਨੂੰ ਬਖਸ਼ ਲਓ ਜੀ। ਮੈਂ ਬਹੁਤ ਵੱਡੀ ਗਲਤੀ ਕੀਤੀ ਹੈ। ਆਪ ਰੱਬ ਦਾ ਰੂਪ ਹੋ। ਤੇ ਫਿਰ ਵੀ ਮਹਾਰਾਜ ਇਹ ਬੇਨਤੀ ਹੈ ਕਿ ਕਿਸੇ ਵੀ ਅਸਥਾਨ ਦੀ ਮਰਜ਼ਾਦਾ ਨੂੰ ਭੰਗ ਨਹੀਂ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਕਿਹੜੀ ਮਰਜ਼ਾਦਾ ਤੇਰੀ ਭੰਗ ਕੀਤੀ ਹੋਏ ਆਪਾਂ? ਕਹਿੰਦੇ ਜੀ ਤੁਸੀਂ ਇੱਥੇ ਬੱਕਰਾ ਵੱਢਿਆ। ਕਹਿੰਦੇ ਬੱਕਰਾ ਵੱਢਣ ਨਾਲ ਕੀ ਹੋ ਗਿਆ? ਕਹਿੰਦੇ ਜੀ ਖੂਨ ਨਾਲ ਜਗ੍ਹਾ ਪਵਿੱਤਰ ਹੋ ਗਈ। ਮਹਾਰਾਜ ਕਹਿੰਦੇ ਜਿੱਥੇ ਇੰਨਾ ਖੂਨ ਡੁੱਲਿਆ, ਛੋਟੇ ਛੋਟੇ ਸਾਹਿਬਜ਼ਾਦੇ ਵਜੀਦੇ ਨੇ ਕਤਲ ਕਰ ਦਿੱਤੇ, ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤੇ। ਕਿੰਨਾ ਉੱਥੇ ਘਾਣ ਹੋ ਰਿਹਾ ਜਨਤਾ ਦਾ। ਉਹਦੇ ਨਾਲ ਧਰਤੀ ਅਪਵਿੱਤਰ ਨਹੀਂ ਹੁੰਦੀ। ਇੱਕ ਬੱਕਰੀ ਨਾਲ ਤੁਹਾਨੂੰ ਦੁੱਖ ਲੱਗਾ ਹੈ? ਅੱਛਾ ਜੀ। ਸਾਰੀ ਫਿਲਮ ਉਹਦੀ ਅੱਖਾਂ ਦੀ ਅੱਗੋਂ ਦੀ ਲੰਘਾਈ। ਕਿਰਪਾ ਕੀਤੀ ਤੇ ਕਹਿੰਦਾ ਜੀ ਮੈਨੂੰ ਅੰਮ੍ਰਿਤ ਛਕਾਓ, ਸਿੰਘ ਸਜਾਓ। ਉਹ ਵੇਖੋ ਗੁਰੂ ਘਰ ਆਇਆ ਅੰਮ੍ਰਿਤਧਾਰੀ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਬਣਿਆ। ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ। ਕਿੰਨੀ ਮਹਾਨ ਸੇਵਾ ਉਹਨੇ ਕੀਤੀ। ਆਪਾਂ ਗੁਰੂ ਘਰ ਰਹਿ ਕੇ ਬੇਮੁਖਤਾਈ ਵਾਲੀਆਂ ਬਾਤਾਂ ਮਾਰ ਰਹੇ ਹਾਂ। ਇੰਝ ਬੇਨਤੀ ਕਰੀਏ। ਸਤਿਗੁਰ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਗਹਿ ਚਾਰਣ ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬੇਨਤੀ ਕਰਨ ਦਾ ਤਰੀਕਾ ਦੱਸਦੇ ਹਨ ਬਿਲਾਵਲ ਰਾਗ ਵਿੱਚ। ਪ੍ਰਭ ਜਨਮ ਮਰਨ ਨਿਵਾਰ। ਇਹ ਪ੍ਰਭੂ ਜੀ ਮੇਰਾ ਜੰਮਣ ਮਰਨ ਦਾ ਡਰ ਨਿਵਰਤ ਕਰ ਦਿਓ ਜੀ। ਜਿਹੜਾ ਜੰਮਣ ਮਰਨ ਹੈ ਇਹ ਗੁਰੂ ਘਰ ਵਿੱਚ ਹੀ ਨਿਵਰਤ ਹੋ ਸਕਦਾ ਹੈ। ਹਾਰ ਪਰਿਓ ਦੁਆਰ। ਮੈਂ ਸਭ ਪਾਸਿਆਂ ਤੋਂ ਹਾਰ ਕੇ ਤੁਹਾਡੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਸ਼ਰਨ ਵਿੱਚ, ਸੰਗਤ ਦੇ ਚਰਨਾਂ ਵਿੱਚ ਆ ਕੇ ਪਿਆ ਹਾਂ ਜੀ। ਆਪ ਦੇ ਗੁਰਦੁਆਰੇ ਸਾਹਿਬ ਆ ਕੇ ਸ਼ਰਨ ਵਿੱਚ ਪਿਆ ਹਾਂ। ਗਹਿ ਚਰਨ ਸਾਧੂ ਸੰਗ। ਇਹ ਪਰਮਾਤਮਾ ਸ੍ਰੇਸ਼ਟ ਮਹਾਤਮਾ ਜਨਾਂ ਦਾ ਸੰਗ ਭਾਵ ਉਹਨਾਂ ਦੀ ਸੰਗਤ ਕਰਕੇ ਮੈਂ ਤੁਹਾਡੇ ਚਰਨ ਪਕੜਾ ਕਰਾਂ ਅਤੇ ਮਨ ਮਿਸ਼ਟ ਹਰ ਹਰ ਰੰਗ। ਇਹ ਹਰੇ ਭਰੇ ਕਰਨ ਵਾਲੇ ਹਰੀ ਪ੍ਰਭੂ ਤੁਹਾਡਾ ਪ੍ਰੇਮ ਮੇਰੀ ਮਨ ਦੇ ਵਿੱਚ ਮਿੱਠਾ ਲੱਗੇ। ਕਰ ਦਇਆ ਲੇਹੋ ਲੜ ਲਾਏ। हे ਪਰਮਾਤਮਾ ਤੁਸੀਂ ਆਪਣੀ ਦਇਆ ਮਿਹਰ ਕਰਕੇ ਮੈਨੂੰ ਆਪਣੇ ਸ਼ਰਨ ਰੂਪ ਪੱਲੇ ਦੇ ਵਿੱਚ ਲਾ ਲੈਣਾ ਕਰੋ ਜੀ। ਨਾਨਕਾ ਨਾਮ ਧਿਆਏ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਜਿਸ ਸ਼ਰਨ ਵਿੱਚ
ਅਸੀਂ ਤੇਰਾ ਨਾਮ ਸਿਮਰਨ ਕਰੀਏ। ਦੀਨਾਨਾਥ ਦਇਆਲ। ਇਹ ਮੇਰੇ ਮਾਲਕ ਪਰਮਾਤਮਾ ਜੀ, ਤੁਸੀਂ ਪਿੱਛੇ ਵੀ ਗਰੀਬਾਂ ਦੇ ਮਾਲਕ ਅਰ ਦਇਆ ਦੇ ਘਰ ਸੀ, ਤੇ ਹੁਣ ਵੀ ਗਰੀਬਾਂ ਦੇ ਮਾਲਕ ਅਤੇ ਦਇਆ ਦੇ ਘਰ ਹੋ ਜੀ। ਮੇਰੇ ਸੁਆਮੀ। ਇਹ ਮੇਰੇ ਮਾਲਕ ਪਰਮਾਤਮਾ ਜੀ, ਤੁਸੀਂ ਨਿਮਰਤਾ ਵਾਲਿਆਂ ਦੇ ਸੁਆਮੀ ਹੋ। ਦੀਨਾਨਾਥ ਦਇਆਲ। ਸੋ ਇਹ ਦੀਨਾ ਗਰੀਬਾਂ ਦੇ ਮਾਲਕ, ਤੁਸੀਂ ਦਇਆ ਦੇ ਘਰ ਹੋ ਜੀ। ਜਾਚੋ ਸੰਤ ਰਵਾਲ। ਇਹ ਪਰਮਾਤਮਾ, ਮੈਂ ਤੇਰੇ ਸ਼ਾਂਤ ਚਿਤ ਮਹਾਤਮਾ ਜਨਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਰਹਾਉ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸੰਸਾਰ ਵਿਖਿਆ ਕੂਪ। ਇਹ ਜੋ ਸੰਸਾਰ ਸੰਸਿਆਂ ਦਾ ਘਰ ਹੈ, ਇਹ ਮਾਇਆ ਵਿਸ਼ਿਆਂ ਦਾ ਖੂਹ ਹੈ। ਤਮ ਅਗਿਆਨ ਮੋਹਤ ਕੂਪ। ਇਸ ਵਿੱਚ ਅਗਿਆਨ ਦਾ ਕੁੱਪ ਹਨੇਰਾ ਹੈ। ਇਹਦੇ ਵਿੱਚ ਜੀਵ ਮੂਰਛਿਤ ਹੋ ਰਿਹਾ, ਜਾਂ ਜੀਵਾਂ ਦਾ ਮਨ ਮਾਇਆ ਵਿੱਚ ਮੋਹਿਤ ਹੋ ਰਿਹਾ ਹੈ। ਗਹਿ ਪੂਜਾ ਪ੍ਰਭ ਜੀ ਲੇਹੋ। ਇਹ ਪ੍ਰਭੂ ਜੀ, ਮੇਰੀ ਬਿਰਤੀ ਰੂਪ ਬਾਹਾਂ ਪਕੜ ਕੇ ਮੈਨੂੰ ਇਸ ਸੰਸਾਰ ਰੂਪ ਖੂਹ ਵਿੱਚ ਡਿੱਗਣ ਤੋਂ ਬਚਾ ਲਵੋ ਜੀ। ਹਰ ਨਾਮ ਆਪਣਾ ਦੇਹੋ। ਇਹ ਹਰੀ ਪ੍ਰਭੂ ਜੀ, ਮੈਨੂੰ ਗੁਰਾਂ ਦੁਆਰਾ ਆਪ ਦਾ ਨਾਮ ਦਾਨ ਦੇਣਾ ਕਰੋ ਜੀ। ਪ੍ਰਭ ਤੁਝ ਬਿਨਾ ਨਹੀਂ ਠਾਓ। हे ਪ੍ਰਭੂ ਜੀ, ਤੁਹਾਥੋਂ ਬਿਨਾ ਮੈਨੂੰ ਹੋਰ ਕੋਈ ਥਾਂ ਨਹੀਂ ਹੈ। ਨਾਨਕਾ ਬਲ ਬਲ ਜਾਓ। ਸਤਿਗੁਰੂ ਸਾਹਿਬ ਕਥਨ ਕਰਦੇ ਕਿ ਅਸੀਂ ਤੁਹਾਥੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਕੁਰਬਾਨ ਜਾਣਾ ਕਰਦੇ ਹਾਂ। ਲੋਭ ਮੋਹੇ ਬਾਦੀ ਦੇਹ। ਪਦਾਰਥਾਂ ਦੇ ਜੋੜਨ ਦਾ ਲਾਲਚ ਤੇ ਸੰਬੰਧੀਆਂ ਆਦਿਕ ਦੇ ਮੋਹ ਵਿੱਚ ਇਹ ਜੀਵਾਂ ਦੀ ਦੇਹ ਜਿਹੜੀ ਕਾਇਆ ਹੈ, ਬੁੱਧੀ ਹੈ, ਇਹ ਬੱਝੀ ਹੋਈ ਹੈ। ਬਿਨ ਭਜਨ ਹੋਵਤ ਖੇਹ। ਪਰ ਤੇਰੇ ਭਜਨ ਸਿਮਰਨ ਤੋਂ ਬਿਨਾਂ ਸਵਾਹ ਰੂਪ ਹੁੰਦੀ ਜਾ ਰਹੀ ਹੈ, ਭਾਵ ਨਿਸਫਲ ਚਲੀ ਜਾ ਰਹੀ ਹੈ। ਜਮਦੂਤ ਮਹਾ ਭਿਆਨ। ਅੱਗੇ ਪਰਲੋਕ ਵਿੱਚ ਯਮਰਾਜ ਧਰਮਰਾਜ ਦੇ ਸੇਵਕ ਬਹੁਤ ਭਿਆਨਕ ਭੈ ਦਿੰਦੇ ਨੇ, ਬੜੇ ਭਿਆਨਕ ਹਨ। ਚਿਤ ਗੁਪਤ ਕਰਮ ਹੈ ਜਾਨ। ਚਿੱਤਰ ਤੇ ਗੁਪਤ ਇਹ ਦੋ ਵਕੀਲ ਹਨ, ਜਿਹੜੇ ਦਿਨ ਅਤੇ ਰਾਤ ਦੇ ਜੀਵਾਂ ਦੇ ਕਰਮਾਂ ਨੂੰ ਨੋਟ ਕਰੀ ਜਾਂਦੇ ਨੇ। ਚਿੱਤਰ ਦਿਨ ਦੇ ਕਰਮਾਂ ਨੂੰ ਨੋਟ ਕਰਦਾ ਤੇ ਗੁਪਤ ਰਾਤ ਨੂੰ। ਇਉਂ ਚਿੱਤਰ ਗੁਪਤ ਜਦ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕ। ਇਹ ਸਾਰੇ ਜੀਵ ਦੇ ਕਰਮਾਂ ਨੂੰ ਜਾਣਦੇ ਹਨ। ਜਾਂ ਇਹ ਜਾਣਨਾ ਕਰੋ ਕਿ ਜਿਹੜੇ ਚੰਗੇ ਮੰਦੇ ਰਾਤ ਦਿਨਾਂ ਦੇ ਕਰਮ ਨੇ, ਇਹੀ ਚਿੱਤਰ ਗੁਪਤ ਨੇ। ਸਾਡੇ ਬੰਦੇ ਤਾਂ ਝਟਪਟ ਹੀ ਸਭ ਕੁਝ ਕਰ ਦਿੰਦੇ, ਫਿਰ ਉਹ ਮਾਇਆ ਲੈ ਕੇ ਤੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਦਿੰਦੇ। ਉਹ ਬਾਹਰਲੇ ਜੋ ਪੁਲਿਸਮੈਨ ਹਨ, ਉਹਨਾਂ ਦਾ ਨਿਯਮ ਹੈ ਵੀ ਲੱਗਦੀ ਵਾਏ ਕਿਸੇ ਨੂੰ ਪਕੜਦੇ ਨੇ, ਉਹਨੂੰ ਆਵਾਜ਼ ਕਰਦੇ ਨੇ ਵੀ ਇਹ ਕਰਦਾ ਕੀ ਹੈ। ਪਿੱਛੇ ਲੱਗ ਜਾਂਦੇ ਨੇ। ਜਿਹਦੀ ਕੋਈ ਖਬਰ ਮਿਲੀ ਹੈ, ਉਹਦੇ ਸਬੂਤ ਪਹਿਲਾਂ ਇਕੱਠੇ ਕਰਦੇ ਨੇ ਦਿਨ ਅਤੇ ਰਾਤ। ਜਦੋਂ ਕਾਫੀ ਮੋਟੀ ਡੈਰੀ ਹੋ ਜਾਏ, ਫਿਰ ਉਹਨੂੰ ਪਕੜਦੇ ਵੀ ਪੁੱਤ ਹੁਣ ਦੱਸ, ਪੱਕੇ ਪੈਰੀ। ਤੋ ਇੰਜ ਜਿਹੜੇ ਚਿੱਤਰ ਦੇ ਗੁਪਤ ਨੇ, ਬੰਦੇ ਨੂੰ ਵਾਚ ਤਾਂ ਕਰਦੇ ਨੇ ਪਰ ਕਹਿੰਦੇ ਕੁਛ ਨਹੀਂ। ਪਰਮਾਤਮਾ ਵੀ ਹਰੇਕ ਨੂੰ ਸਮਾਂ ਦਿੰਦਾ ਹੈ। ਜਿੰਨਾ ਸਮਾਂ ਮਿਲਿਆ ਹੈ ਉਹਨਾਂ ਇਨਸਾਨ ਨੇ ਭੋਗਣਾ ਤਾਂ ਹੈ। ਇਹਨੂੰ ਖੁੱਲੀ ਛੁੱਟੀ ਆ ਵੀ ਜੋ ਮਰਜ਼ੀ ਕਰ ਨਾ ਕਰ। ਗੁਰੂ ਸਾਹਿਬ ਨੇ ਤਾਈਓ ਸਮਝਾਇਆ ਕਿ ਵੇਲੇ ਸਿਰ ਸਮਝ ਆ ਜਾਏ ਤੇ ਅਸੀਂ ਔਖੇ ਨਾ ਹੋਈਏ ਲੇਖਾ ਦੇਣ ਵੇਲੇ। ਤੋ ਇਸ ਲਈ ਉਹ ਸਾਰੀ ਸਾਡੀ ਡਾਇਰੀ ਨੋਟ ਕੀਤੀ ਜਾ ਰਹੀ ਹੈ, ਭਾਵੇਂ ਕਿ ਆਪਾਂ ਨੂੰ ਕੋਈ ਖਬਰ ਨਹੀਂ ਹੈ। ਕਈਆਂ ਲਿਖ ਕੇ ਲਾਇਆ ਹੁੰਦਾ ਕਿ ਤੁਸੀਂ ਕੈਮਰੇ ਦੀ ਅਧੀਨ ਹੋ ਤਾਂ ਕਿ ਬੰਦਾ ਡਰ ਜਾਏ। ਕਈ ਗੁਪਤ ਕੈਮਰੇ ਨੂੰ ਪਤਾ ਹੀ ਨਹੀਂ ਲੱਗਦਾ
ਉਹ ਇੰਜ ਰੱਬ ਦੇ ਇਹੋ ਜਿਹੇ ਕੈਮਰੇ ਫਿੱਟ ਹਨ, ਸਾਨੂੰ ਨਹੀਂ ਪਤਾ, ਪਰ ਉਹਨੂੰ ਸਾਰੀ ਫਿਲਮ ਦਿਖ ਰਹੀ ਹੈ ਵੀ ਅਸੀਂ ਕੀ ਕਰ ਰਹੇ ਹਾਂ। ਰਾਤ ਨੂੰ ਗੁਪਤ ਤੇ ਦਿਨੇ ਚਿੱਤਰ, ਇਹ ਸਿਰ ਦੇ ਉੱਪਰ ਦੋਵੇਂ ਮੋਢਿਆਂ 'ਤੇ ਖੜੇ ਹੋਏ ਸਾਰੀ ਡਾਇਰੀ ਨੋਟ ਕਰ ਰਹੇ ਨੇ। ਤੋ ਜਿਸ ਵਕਤ ਜੀਵਾਤਮਾ ਪਰਲੋਕ ਦੇ ਵਿੱਚ ਧਰਮਰਾਜ ਦੀ ਕਚਹਿਰੀ 'ਚ ਹਾਜ਼ਰ ਹੋਏਗੀ, ਉੱਥੇ LCD 'ਤੇ ਸਾਰੀ ਫਿਲਮ ਲੱਗੀ ਹੋਊਗੀ। ਪੁੱਤ ਵੇਖ ਲੈ, ਬੰਦਾ ਮੁੱਕਰ ਹੀ ਨਹੀਂ ਸਕਦਾ। ਵੱਡੇ ਗ੍ਰੰਥ ਉੱਥੇ ਪਏ ਹੋਣਗੇ, ਲੇਖੇ ਵਾਲੇ ਰਜਿਸਟਰ, ਜੋ ਜੋ ਕੀਤਾ ਸਭ ਕੁਝ ਉਹਦੇ ਦਰਜ ਹੋਏਗਾ। ਤੋ ਇਸ ਲਈ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੀ ਮਤਨ ਮਧਾਣੀਆਂ ਤੇ ਉਹ ਮਤੇ ਕਰਮ ਰਹੇ। ਲੇਖਾ ਲੇਵੈ ਤਿਲ ਜਿਉਂ ਪੀੜੀ, ਜਿਵੇਂ ਤਿਲ ਪੀੜੀ ਦੇ ਨੇ ਕੋਲੂ ਦੇ ਵਿੱਚ, ਇਸ ਤਰ੍ਹਾਂ ਰੱਬ ਲੇਖਾ ਲੈਣ ਲੱਗਾ, ਜੀਵ ਆਤਮਾ ਨੂੰ ਪੀੜ ਸੁੱਟਦਾ ਹੈ। ਇਹ ਸਾਰੇ ਕਰਮਾਂ ਨੂੰ ਸਾਡਿਆਂ ਨੂੰ ਜਾਣਦੇ ਨੇ ਚਿੱਤਰ ਤੇ ਗੁਪਤ। ਜਾਂ ਤੁਸੀਂ ਇਹ ਗੱਲ ਸਮਝ ਲਓ ਕਿ ਚੰਗੇ ਮੰਦੇ ਰਾਤ ਦਿਨ ਦੇ ਕਰਮ ਇਹ ਚਿੱਤਰ ਗੁਪਤ ਦੀ ਸਾਰੀ ਜਾਣਕਾਰੀ 'ਚ ਹਨ। ਤੇ ਜਿਸ ਦਿਨ ਫੜੇ ਗਏ ਉਸ ਦਿਨ ਫਿਰ ਛੁੱਟਿਆ ਨਹੀਂ ਜਾਣਾ ਹੈ। ਦਿਨ ਰੈਣ ਸਾਖ ਸੁਨਾਏ, ਦਿਨ ਤੇ ਰਾਤ ਦੋਵੇਂ ਉਗਾਈ ਸੁਣਾ ਰਹੇ ਹਨ। ਨਾਨਕਾ ਹਰ ਸਰਨਾਏ, ਕਿ ਜੀਵ ਦੀ ਜ਼ਿੰਦਗੀ ਦਾ ਸਮਾਂ ਲੰਘਦਾ ਜਾ ਰਿਹਾ ਹੈ। ਇਸ ਲਈ ਮਹਾਰਾਜ ਕਥਨ ਕਰਦੇ ਨੇ ਕਿ ਹੇ ਪ੍ਰਮਾਤਮਾ, ਅਸੀਂ ਤੇਰੀ ਓਟ ਦੇ ਵਿੱਚ ਪਏ ਹਾਂ, ਇੰਜ ਬੇਨਤੀਆਂ ਕਰੋ ਤੇ ਓਟ ਵਿੱਚ ਪੈ ਜਾਓ। ਭੈ ਭੰਜਨਾ ਮੁਰਾਰ, ਇਹ ਮੁਰਦੈਂਦ ਨੂੰ ਮਾਰਨ ਵਾਲੇ ਮੁਰਾਰੀ ਪ੍ਰਭੂ, ਤੂੰ ਸਾਰੇ ਡਰਾਂ ਨੂੰ ਨਾਸ਼ ਕਰਨ ਵਾਲਾ ਹੈ। ਕਰ ਦਇਆ ਪਤਿਤ ਉਦਾਰ, ਆਪ ਦੀ ਦਇਆ ਮਿਹਰ ਕਰ, ਸਾਨੂੰ ਪਾਪੀਆਂ ਨੂੰ ਤਾਰ ਨਾ ਕਰ ਜੀ। ਮੇਰੇ ਦੁਖ ਗਨੇ ਨਾ ਜਾਹੇ, ਜਿਹੜੇ ਮੇਰੇ ਵਿੱਚ ਦੋਸ਼ ਹਨ ਜਾਂ ਜਿਹੜੇ ਮੇਰੇ ਐਬ ਨੇ ਉਹ ਗਿਣੇ ਨਹੀਂ ਜਾ ਸਕਦੇ। ਹਮਰੇ ਅਵਗਣ ਬਹੁਤ ਬਹੁਤ ਹੈ, ਬਹੁ ਬਾਰ ਬਾਰ ਹਰ ਗਣਤ ਨਾ ਆਵੇ। ਗੁਣਮੰਤਾ ਹਰ ਹਰ ਦਇਆਲ, ਹਰ ਆਪੀ ਬਖਸ਼ ਲਹਿ ਹਰ ਭਾਵੇ। ਹਰ ਬਿਨਾ ਕਤਹਿ ਸਮਾਹੇ, ਇਹ ਹਰੀ ਪ੍ਰਭੂ ਤੇਰੇ ਤੋਂ ਬਿਨਾ ਕਿੱਥੇ ਸਮਾਉਣਾ ਹੈ। ਸਾਡੀ ਸਮਾਈ ਹੋਈ ਨਹੀਂ ਹੈ, ਤੂੰ ਹੀ ਇਗਨੋਰ ਕਰ ਦਿੰਦਾ ਹੈ ਸਾਡੀਆਂ ਗਲਤੀਆਂ ਵੇਖ ਕੇ। ਬੱਚੇ ਜਿੰਨੀਆਂ ਗਲਤੀਆਂ ਕਰਦੇ ਨੇ, ਜੇ ਕਿਤੇ ਹੋਰ ਕਰਨ ਇੱਕ ਸਕਿੰਟ ਬੰਦਾ ਨਹੀਂ ਟਿਕ ਕੇ ਰਹਿ ਸਕਦਾ, ਜੁੱਤੀ ਲਾ ਕੇ ਭੱਜਣਾ ਪਏਗਾ। ਕਿਉਂਕਿ ਮਾਂ ਪਿਓ ਜਿੰਨਾ ਕੋਈ ਦਿਆਲੂ ਗਲਤੀਆਂ ਮਾਫ ਨਹੀਂ ਕਰ ਸਕਦਾ। ਤੋ ਇੰਜ ਮਹਾਰਾਜ ਭਾਵੇਂ ਸਭ ਕੁਝ ਜਾਣਦੇ ਨੇ ਸਾਡੇ ਬਾਰੇ, ਪਰ ਉਹ ਫਿਰ ਵੀ ਮਾਫ ਕਰੀ ਜਾ ਰਹੇ ਨੇ। ਤੇਥੋਂ ਬਗੈਰ ਸਾਡੀ ਸਮਾਈ ਨਹੀਂ ਹੈ, ਸਮਾਹੜਾ ਆਨੰਦ ਨਹੀਂ ਹੁੰਦਾ ਹੈ। ਗਹਿ ਹੈ ਓਟ ਚਿਤਵੀ ਨਾਥ, ਇਹ ਮਾਲਕ ਪਰਮਾਤਮਾ ਅਸੀਂ ਮਨ ਕਰਕੇ ਵੀ ਤੇਰੀ ਚਿਤਵਨੀ ਕਰਦੇ ਹਾਂ, ਔਰ ਸਰੀਰ ਕਰਕੇ ਵੀ ਤੇਰੀ ਹੀ ਓਟ ਟੇਕ ਗ੍ਰਹਿਣ ਅਸਾਂ ਨੇ ਕੀਤੀ ਹੈ। ਨਾਨਕਾ ਦੇ ਰੱਖ ਹਾਥ, ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਹੇ ਪ੍ਰਮਾਤਮਾ, ਆਪਣਾ ਕਿਰਪਾ ਰੂਪੀ ਹੱਥ ਦੇ ਕੇ ਸਾਨੂੰ ਰੱਖਣਾ ਕਰ। ਹਰ ਗੁਣ ਨਿਦੇ ਗੋਪਾਲ, ਗੋ ਨਾਮ ਹੈ ਪ੍ਰਿਥਵੀ ਦਾ, ਪਾਲ ਨਾਮ ਹੈ ਪਾਲਣਾ ਕਰਨ ਵਾਲਾ। ਪ੍ਰਿਥਵੀ ਦੇ ਉੱਪਰ ਰਹਿਣ ਵਾਲੇ ਜੀਵਾਂ ਦਾ ਪਾਲਕ ਹੀ ਪ੍ਰਮਾਤਮਾ, ਤੂੰ ਗੁਣਾਂ ਦਾ ਸਮੁੰਦਰ ਹੈ, ਖਜ਼ਾਨਾ ਹੈ। ਤੇਰੇ ਕਮਣ ਕਮਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰੂ ਜੀ ਭਗਵਾਨ। ਸਰਬ ਘਟ ਪ੍ਰਿਤਪਾਲ, ਸੋ ਸਾਰੇ ਘਟਾਂ ਦੇ ਵਿੱਚ ਤੂੰ ਜੀਵਾਂ ਦੀ ਪ੍ਰਤਪਾਲ ਪਾਲਣਾ ਕਰ ਰਿਹਾ ਹੈ। ਮਨ ਪ੍ਰੀਤ ਦਰਸ਼ਨ ਪਿਆਸ, ਹੇ ਪ੍ਰਮਾਤਮਾ, ਸਾਡੇ ਮਨ ਹਿਰਦੇ 'ਚ ਤੇਰੇ ਦਰਸ਼ਨਾਂ ਦੀ ਪ੍ਰੀਤੀ ਰੂਪ ਪਿਆਸ ਤ੍ਰੇ ਲੱਗੀ ਹੋਈ ਹੈ। ਗੋਬਿੰਦ ਪੂਰਨ ਆਸ, ਹੇ ਗੋਬਿੰਦ ਪ੍ਰਿਥਵੀ ਦੀ ਰੱਖਿਅਕ ਪ੍ਰਮਾਤਮਾ, ਪ੍ਰਿਥਵੀ ਤੇ ਰਹਿਣ ਵਾਲੇ ਜੀਵਾਂ ਦੀ ਰੱਖਿਆ ਕਰਨ ਵਾਲੇ ਵਾਹਿਗੁਰੂ, ਸਾਡੀ ਇਹ ਉਮੀਦ ਇੱਛਾ ਪੂਰੀ ਕਰ ਕਿ ਸਾਨੂੰ ਜਿਉਂਦੇ ਜੀ ਆਪ ਦੇ ਦਰਸ਼ਨ ਬਖਸ਼ ਦੇ। ਧੰਨ ਬਾਬਾ ਫਰੀਦ ਸਾਹਿਬ ਜੀ, ਪਾਕਪਟਨ ਸ਼ਹਿਰ ਦੇ ਬਾਹਰ ਇੱਕ ਖੂਹ ਹੈ ਬਾਬਾ ਜੀ ਦੀ ਯਾਦ ਵਿੱਚ, ਤੇ ਉੱਥੇ ਦਰਖਤ ਦੇ ਨੀਚੇ ਬਾਬਾ ਜੀ ਤਪ ਕਰਿਆ ਕਰਦੇ। ਖੂਹ 'ਚ ਲਮਕ ਕੇ ਵੀ ਤਪ ਕੀਤਾ 12 ਸਾਲ, ਫਿਰ ਬਾਹਰ ਬੈਠ ਕੇ ਤਪ ਕੀਤਾ।
ਸਾਧ ਸੰਗਤ ਜੀਓ, ਉੱਥੇ ਹੀ ਕਾਮਾਂ ਨੇ ਠੁੰਗੇ ਮਾਰੇ ਸੀਗੇ। ਕਾਗਾ ਕਰੰਗਟ ਢੋਲਿਆ ਸਗਲਾ ਖਾਇਆ ਮਾਸ, ਸਾਰਾ ਮਾਸ ਚੂੰਡ ਚੂੰਡ ਕੇ ਕਾਮਾਂ ਨੇ ਖਾ ਲਿਆ। ਕਾਗਾ ਚੂੰਡ ਨਾ ਪਿੰਜਰਾ, ਬਸੈ ਤਾਂ ਉੱਡਰ ਜਾਹੇ, ਜਿਤ ਪਿੰਜਰਾ ਮੇਰਾ ਸੌ ਵਸੈ, ਮਾਸ ਨਾ ਤਿੱਦੂ ਖਾਹੇ। ਸਾਰਾ ਮਾਸ ਖਾ ਗਏ, ਪਿੰਜਰ ਰਹਿ ਗਿਆ। ਤੇ ਤਲੀਆਂ ਖੁੰਡੇ ਕਾਗ, ਅਜੈ ਸੋ ਰੱਬ ਨਾ ਬਹੁੜਿਓ, ਦੇਖ ਬੰਦੇ ਕੇ ਭਾਗ। ਫਿਰ ਵੀ ਬੰਦੇ ਦੇ ਭਾਗਾਂ ਨੂੰ ਹੀ ਕੋਸਿਆ, ਰੱਬ ਨੂੰ ਮਾੜਾ ਨਹੀਂ ਆਖਿਆ ਵੀ ਰੱਬ ਬੜਾ ਮਾੜਾ ਜੀ। ਵੇਖੋ ਕਿੰਨਾ ਚਿਰ ਹੋ ਗਿਆ ਤਰਲੇ ਮਾਰਦਿਆਂ, ਦਰਸ਼ਨ ਹੀ ਨਹੀਂ ਦਿੱਤੇ। ਆਪਦੇ ਭਾਗਾਂ ਨੂੰ ਕੋਸਿਆ ਵੀ ਮੇਰੇ ਕਰਮ ਮਾੜੇ ਨੇ। ਇਹ ਨਿਮਰਤਾ ਜਨਾਈ ਹੈ। ਤੇ ਆਸ ਨਹੀਂ ਛੱਡੀ। ਕਹਿੰਦੇ ਇਹ ਦੋਏ ਨਾ ਮਤ ਛੋਹ, ਕਾਗਾ ਕਰੰਗਟ ਢੋਲਿਆ ਸਗਲਾ ਖਾਇਆ ਮਾਸ। ਇਹ ਦੋਏ ਨਾ ਮਤ ਛੋਹ, ਫਿਰ ਦੇਖਣ ਕੀ ਆਸ। ਇਹ ਕਾਮੋ ਮੇਰੀਆਂ ਅੱਖਾਂ ਨੂੰ ਨਾ ਛੂਵੋ, ਇਹ ਤਾਂ ਰਹਿਣ ਦਿਓ ਕਿਰਪਾ ਕਰਕੇ। ਉਹਨਾਂ ਚਮਕੀਲੀ ਚੀਜ਼ ਵੇਖ ਕੇ ਅੱਖਾਂ ਨੂੰ ਵੀ ਠੂੰਗ ਦਿੱਤਾ ਸੀਗਾ, ਤੇ ਵਿੱਚੋਂ ਖੂਨ ਵਗਣ ਲੱਗ ਪਿਆ। ਬਾਬਾ ਜੀ ਕਹਿੰਦੇ ਰਹਿਣ ਦਿਓ ਰੱਬ ਨੂੰ ਭਾਈ, ਇਹਨਾਂ ਨਾਲ ਤਾਂ ਮੈਂ ਜੇ ਆਪਦੇ ਰੱਬ ਦੇ ਦਰਸ਼ਨ ਕਰਨੇ ਨੇ, ਮੇਰੀ ਸਾਰੀ ਉਮਰ ਦਾਪ ਕਰਦਿਆਂ ਬੰਦਗੀ ਕਰਦਿਆਂ ਲੰਘ ਗਈ। ਜੇ ਹੁਣੇ ਰੱਬ ਆ ਗਿਆ ਤਾਂ ਮੈਂ ਦਰਸ਼ਨ ਕਿਵੇਂ ਕਰੂੰਗਾ? ਮੇਰੀਆਂ ਅੱਖਾਂ ਤਾਂ ਰਹਿਣ ਦਿਓ। ਕਿਉਂ? ਦਰਸ਼ਨ ਦੀ ਆਸਾ ਵੇਖੋ ਫਿਰ ਵੀ ਨਹੀਂ ਛੱਡੀ। ਆਪਾਂ ਇੱਕ ਮਿੰਟ 'ਚ ਘਬਰਾ ਜਾਂਦੇ ਆ। ਮਹਾਰਾਜ ਗੱਲ ਨਾ ਮੰਨੇ, ਸਾਡੀ ਅਰਦਾਸ ਪੂਰੀ ਨਾ ਹੋਵੇ ਤੇ ਆਪਾਂ ਬੇਮੁਖਤਾਈ ਵਾਲੇ ਬਚਨ ਸ਼ੁਰੂ ਕਰ ਦਿੰਦੇ ਹਾਂ। ਜੇ ਤਾਂ ਰੱਬ ਦਿੰਦਾ ਰਹੇ ਫਿਰ ਤਾਂ ਵਾਹ ਵਾਹ, ਤੇ ਜੇ ਕੋਈ ਅਰਦਾਸ ਨਹੀਂ ਪੂਰੀ ਹੋਈ ਤੇ ਫਿਰ ਤੂੰ ਕੌਣ ਮੈਂ ਕੌਣ, ਬੇਮੁਖ ਹੋ ਜਾਣਾ। ਮਹਾਰਾਜ ਵੇਖੋ ਬਾਬੇ ਫਰੀਦ ਸਾਹਿਬ ਦੀ ਉਦਾਹਰਨ ਦੇ ਰਹੇ ਨੇ। ਧਰੂ ਤੇ ਪ੍ਰਹਿਲਾਦ ਦਾ ਨਿਸ਼ਚਾ ਦਿਖਾ ਰਹੇ ਨੇ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਸਭ ਤੋਂ ਪਹਿਲਾਂ ਜਦੋਂ ਕੁਛ ਵੀ ਨਹੀਂ ਸੀ ਪੜ੍ਹਿਆ, ਇੱਕ ਭਾਈ ਬਾਲੇ ਵਾਲੀ ਜਨਮ ਸਾਖੀ ਤੇ ਇੱਕ ਭਗਤ ਬਾਣੀ ਮੈਂ ਆਪਦੀ ਮਾਂ ਕੋਲੋਂ ਪੜ੍ਹੀ, ਤੇ ਨਾਲੇ ਭਗਤ ਮਾਲ ਗ੍ਰੰਥ ਪੜ੍ਹਿਆ। ਤੇ ਭਗਤ ਮਾਲ ਜਾਂ ਭਗਤ ਬਾਣੀ ਦਾ ਇਹ ਲਾਭ ਹੁੰਦਾ ਹੈ ਕਿ ਜੇ ਸੰਤਾਂ ਭਗਤਾਂ ਦੀਆਂ ਸਾਖੀਆਂ, ਕਈ ਗੁਰਮੁਖ ਪਿਆਰੇ ਇਸ ਗੱਲ ਦੇ ਵਿਰੋਧੀ ਹਨ ਕਿ ਗੁਰਬਾਣੀ ਵਿੱਚ ਸਾਖੀ ਦਾ ਜ਼ਿਕਰ ਨਾ ਹੋਵੇ, ਪਰ ਗੁਰਬਾਣੀ ਨੂੰ ਦ੍ਰਿੜ ਕਰਨ ਵਾਸਤੇ ਸਾਡਾ ਭਰੋਸਾ ਬਣ ਜਾਏ, ਭਗਤਾਂ ਦੀਆਂ ਸਾਖੀਆਂ ਲਾਜ਼ਮੀ ਹੋਣੀਆਂ ਚਾਹੀਦੀਆਂ। ਸਤਿਗੁਰੂ ਜੀ ਨੇ ਭਗਤ ਬਾਣੀ ਦਰਜ ਕੀਤੀ ਹੈ, ਕਿਤੇ ਪੜ੍ਹ ਕੇ ਵੇਖਿਓ। ਬਿਨਾਂ ਹੀ ਚਾਹ ਤੋਂ, ਬਿਨਾਂ ਹੀ ਨਸ਼ੇ ਤੋਂ ਨਸ਼ਾ ਖਿੜਦਾ, ਅੱਖਾਂ ਖੁੱਲ੍ਹਦੀਆਂ। ਆਪਾਂ ਕਿੱਥੇ ਤੁਰੇ ਫਿਰਦੇ ਹਾਂ? ਵੇਖੋ ਸੰਤਾਂ ਭਗਤਾਂ ਦੀ ਕਿੱਡੀ ਕਿੱਡੀ ਵੱਡੀ ਕਮਾਈ ਹੈ। ਕਿਵੇਂ ਗੁਰੂ ਸਾਹਿਬ ਤੇ ਉਹਨਾਂ ਦਾ ਭਰੋਸਾ ਵੱਜਾ, ਕਿਵੇਂ ਨਿਸ਼ਚਾ ਰੱਖਿਆ, ਕਿਵੇਂ ਮਹਾਰਾਜ ਨੇ ਉਹਨਾਂ ਨੂੰ ਦਰਸ਼ਨ ਬਖਸ਼ੇ। ਸੂਰਦਾਸ ਭਗਤ ਨੇ ਆਪਦੇ ਹੱਥੀਂ ਅੱਖਾਂ 'ਚ ਸਲਾਈਆਂ ਫੇਰਤੀਆਂ ਵੀ ਜਿਹੜੀਆਂ ਅੱਖਾਂ ਵਿਗਾੜ ਕਰਦੀਆਂ ਨੇ, ਮੈਂ ਮਹਾਰਾਜ ਤੋਂ ਬਗੈਰ ਕਿਸੇ ਨੂੰ ਵੇਖਣਾ ਹੀ ਨਹੀਂ। ਜਦ ਰੱਬ ਜੀ ਦੇ ਦਰਸ਼ਨ ਹੋਏ, ਕਹਿੰਦੇ ਦੱਸੋ ਕੀ ਚਾਹੀਦਾ? ਕਹਿੰਦੇ ਅੱਖਾਂ ਖੋਲ ਦਿਓ, ਤੁਹਾਡੇ ਦਰਸ਼ਨ ਕਰਨੇ ਨੇ। ਕਹਿੰਦੇ ਫਿਰ ਖੋਲ। ਵਾਹਿਗੁਰੂ ਕਹਿ ਕੇ ਖੁੱਲ੍ਹ ਗਈਆਂ। ਤੇ ਫਿਰ ਮਹਾਰਾਜ ਜਾਣ ਲੱਗੇ, ਕਹਿੰਦੇ ਇੱਕ ਮਿੰਟ ਦੋ ਗੱਲ ਸੁਣ ਜਿਓ। ਕਹਿੰਦੇ ਦੱਸੋ? ਕਹਿੰਦੇ ਅੱਖਾਂ ਬੰਦ ਕਰ ਜਾਓ। ਕਹਿੰਦੇ ਹੈ ਲੋਕ ਤਾਂ ਨਿਗਾਹ ਮੰਗਦੇ ਨੇ। ਕਹਿੰਦੇ ਨਹੀਂ ਮਹਾਰਾਜ, ਤੈਨੂੰ ਵੇਖ ਲਿਆ ਤੇ ਇੱਥੋਂ ਸਵਾਏ ਮੈਂ ਕਿਸੇ ਹੋਰ ਨੂੰ ਨਾ ਵੇਖਾਂ, ਮੇਰਾ ਮਨ ਕਿਤੇ ਭਟਕ ਨਾ ਜਾਏ। ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਦੇ ਖਾਲ, ਇਹ ਪਾਈ ਮੂੰਹ ਦਾਤੜੀ ਨਿਤ ਹਿਰਦੈ ਰੱਖਾਂ ਸੰਭਾਲ। ਸਾਡਾ ਸੁਭਾਅ ਕੀ ਹੈ? TV ਵੇਖੀ ਜਾਣਾ, ਮੋਬਾਈਲ ਤੇ ਉਂਗਲਾਂ ਘੁਮਾਈ ਜਾਣੀ। ਗੁਰਦੁਆਰੇ ਆ ਕੇ ਵੀ ਰੱਬ ਨੇ ਕਿਰਪਾ ਕੀਤੀ ਹੈ। ਗੁਟਕੀ ਸਾਹਿਬ ਤੋਂ ਬਾਣੀ ਪੜ੍ਹੋ ਭਾਈ। ਪੋਥੀ ਸਾਹਿਬ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰੀਏ। ਆਪਾਂ ਇੱਥੇ ਆ ਕੇ ਵੀ WhatsApp ਤੇ Facebook ਤੇ ਲੱਗੇ ਰਹੇ, ਕੋਈ ਫਾਇਦਾ ਨਹੀਂ। ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਸਾਡੇ ਮਨ ਦੇ ਵਿੱਚ ਐਸੀ ਤਾਂਘ ਤੇ ਤੜਪ ਪੈਦਾ ਹੋਈ ਜੈਸੀ ਬਾਬੇ ਫਰੀਦ ਦੀ ਸੀ। 48 ਸਾਲ ਬਾਹਰੋਂ ਚੌਕ 48 ਸਾਲ ਉਹਨਾਂ ਨੇ ਤਪ ਕੀਤਾ, ਬੰਦਗੀ ਕੀਤੀ। ਭਗਤ ਮਾਲ ਗ੍ਰੰਥ ਕਿਤੇ ਤੁਹਾਨੂੰ ਮਿਲਿਆ ਜ਼ਰੂਰ ਪੜ੍ਹਿਓ। ਭਗਤ ਬਾਣੀ, ਬਾਬੇ ਫਰੀਦ ਸਾਹਿਬ ਦੇ ਸਲੋਕ, ਕਬੀਰ ਸਾਹਿਬ ਦੇ ਸਲੋਕ। ਅੱਜ ਕੱਲ੍ਹ ਤਾਂ ਨੈੱਟ ਦੇ ਉੱਪਰ ਸਭ ਕੁਛ ਅਵੇਲੇਬਲ ਹੈ। ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸੰਤ, ਉਹਨਾਂ ਦੀ ਕਥਾ ਇੱਕ ਵਾਰ ਬੰਦਾ ਸੁਣ ਲਏ ਤਾਂ ਸਾਹਮਣੇ ਲਿਆ ਕੇ ਕਬੀਰ ਤੇ ਫਰੀਦ ਨੂੰ ਖੜਾ ਕਰ ਦਿੰਦੇ, ਦਰਸ਼ਨ ਕਰਾ ਦਿੰਦੇ। ਇੰਨੀ ਕਮਾਲ ਦੀ ਉਹਨਾਂ ਦੀ ਕਥਾ। ਭੱਟਾਂ ਦੇ ਸਵਈਆਂ ਦੀ ਦੇਖੋ ਕਿੰਨੀ ਸ਼ਰਧਾ ਉਹਨਾਂ ਭੱਟਾਂ ਦੀ।
ਉਹ ਹਿੰਦੂ ਬ੍ਰਾਹਮਣ ਸੀਗੇ, ਕਿੱਥੋਂ ਚੱਲੇ ਤੇ ਕਿੱਥੇ ਪਹੁੰਚੇ, ਤੇ ਅਸੀਂ ਗੁਰੂ ਘਰ ਰਹਿ ਕੇ ਵੇਖੋ ਬੇਮੁਖ ਹੋ ਰਹੇ ਹਾਂ। ਸਾਨੂੰ ਸੋਚਣਾ ਪਊਗਾ। ਇਹ ਗੁਰੂ ਸਾਹਿਬ ਜੀ, ਹੇ ਵਾਹਿਗੁਰੂ ਜੀ, ਮਨਪ੍ਰੀਤ ਦਰਸ਼ਨ ਪਿਆਸ, ਸਾਡੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਪ੍ਰੀਤੀ ਤ੍ਰੇ ਲੱਗੀ ਹੋਈ ਹੈ। ਗੋਬਿੰਦ ਪੂਰਨ ਆਸ, ਇਹ ਸਾਡੀ ਆਸ ਉਮੀਦ ਪੂਰੀ ਕਰੋ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਚੀਜ਼ ਪ੍ਰਾਪਤ ਨਾ ਹੋਵੇ, ਆਸ ਤੇ ਉਮੀਦ ਤਾਂ ਉਹਦੀ ਹੁੰਦੀ ਹੈ। ਹੁਣ ਬੈਠੇ ਤਾਂ ਆਪਾਂ ਮਹਾਰਾਜ ਦੇ ਚਰਨਾਂ 'ਚ ਆ, ਜੇ ਸੱਚਮੁੱਚ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਰੱਬ ਦਾ ਰੂਪ ਮੰਨਦੇ ਆ, ਬਾਹੋ ਬਾਣੀ ਨਿਰੰਕਾਰ, ਫਿਰ ਕਿਹਦੀ ਆਸਾ ਕਰ ਰਹੇ ਆ ਦਰਸ਼ਨਾਂ ਦੀ? ਦੱਸੋ। ਦਰਸ਼ਨ ਤਾਂ ਕਰ ਰਹੇ ਆ। ਦਰਸ਼ਨ ਪਿਆਸੀ ਦਿਨ ਸਰਾਤ ਚਿਤ ਵੰਡਨ, ਨਹੀਂ ਤੇ ਸਵਾਲ ਹੀ ਨਹੀਂ ਬਣਦਾ। ਪਰ ਅਸੀਂ ਅੱਠੇ ਪੈਰ ਮਹਾਰਾਜ ਦੇ ਚਰਨਾਂ 'ਚ ਨਹੀਂ ਬਹਿ ਰਹੇ, ਬਹਿ ਸਕਦੇ। ਇਹਦਾ ਉੱਤਰ ਇਹ ਹੈ ਕਿ ਜਿਵੇਂ ਅੱਖਾਂ ਨਾਲ ਤੇਰੇ ਦਰਸ਼ਨ ਕੀਤੇ ਨੇ, ਐਸੇ ਦਰਸ਼ਨ ਅੱਠੇ ਪੈਰ ਸਾਡੇ ਹਿਰਦੇ 'ਚ ਵਸ ਜਾਣ, ਤੇ ਅਸੀਂ ਅੱਠੇ ਪੈਰ ਆਪ ਦੇ ਸ਼ਬਦ ਦਾ, ਆਪ ਦੀ ਬਾਣੀ ਦਾ ਆਨੰਦ ਮਾਣਦੇ ਰਹੀਏ। ਤੇ ਜਿਹੜੇ ਬਾਣੀ ਦੇ ਨਾਮ ਦੇ ਦਰਸ਼ਨ ਹਨ, ਇਹੀ ਦਰਸ਼ਨ ਹਨ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨ, ਜੀ ਕੇ ਦਾਤੇ ਪ੍ਰੀਤ ਪ੍ਰਭ ਮੇਰੇ। ਤੇ ਮਨ ਜੀਵੈ ਪ੍ਰਭ ਨਾਮ ਚ ਤੇਰੇ, ਗਾਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਹੀ ਦਰਸ਼ਨ ਹੈ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀਓ, ਇਹ ਮੇਰੀ ਆਸਾ ਹੈ ਜੀ। ਇੱਕ ਨਿਮਖ ਰਹਿਣ ਨਾ ਜਾਏ, ਇਹ ਕਿਰਪਾ ਕਰਕੇ ਪੂਰੀ ਕਰੋ। ਇੱਕ ਨਿਮਖ ਮਾਤਰ ਵੀ ਅੱਖ ਦੇ ਝਮਕਣ ਜਿਹਨੇ ਸਮੇਂ ਦੇ ਵਿੱਚ ਵੀ ਸਾਥੋਂ ਤੇਰੇ ਦਰਸ਼ਨਾਂ ਤੋਂ ਬਗੈਰ ਰਿਹਾ ਨਹੀਂ ਜਾਂਦਾ ਹੈ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨ ਉਤਰੈ ਸਾਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਕੋਲੀ ਜੀਓ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਜੀ ਮਹਾਰਾਜ ਸਾਡੇ ਤੇ ਕਿਰਪਾ ਕਰੋ ਜੀ। ਵੱਡ ਭਾਗ ਨਾਨਕ ਪਾਏ, ਵੱਡੇ ਭਾਗਾਂ ਵਾਲੇ ਹੀ ਪ੍ਰਮਾਤਮਾ ਤੇਰੇ ਦਰਸ਼ਨ ਪਾਉਣਾ ਕਰਦੇ ਨੇ, ਜਾਂ ਵੱਡੇ ਭਾਗਾਂ ਨਾਲ ਅਸੀਂ ਤੇਰੇ ਦਰਸ਼ਨ ਪਾ ਲਏ। ਭਾਗ ਹੋਆ ਗੁਰਸੰਤ ਮਿਲਾਇਆ। ਇਹ ਸ਼ਬਦ ਹਜ਼ਾਰਿਆਂ ਦੀ 4 ਪਦਿਆਂ ਵਾਲਾ ਸ਼ਬਦ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ, ਹਉ ਭੋਲੀ ਜੀਓ ਭੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਓ। ਭਾਗ ਹੁਆ ਗੁਰ ਸੰਤ ਮਿਲਾਇਆ, ਪ੍ਰਭ ਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਨ ਵਿਛੜਨ, ਜਾਂ ਨਾਨਕ ਦਾਸ ਤੁਮਾਰੇ ਜੀਓ, ਹਉ ਕੋਲੀ ਜੀਓ ਕੋਲ ਕਮਾਈ, ਜਾਂ ਨਾਨਕ ਦਾਸ ਤੁਮਾਰੇ ਜੀਓ। ਭਾਗਾਂ ਵਾਲੇ ਹੀ ਦਰਸ਼ਨ ਪਾਉਂਦੇ ਹਨ। ਪ੍ਰਭ ਤੁਝ ਬਿਨਾ ਨਹੀਂ ਹੋਰ, ਇਹ ਪ੍ਰਮਾਤਮਾ ਤੈਥੋਂ ਬਿਨਾ ਸਾਡਾ ਹੋਰ ਕੋਈ ਵੀ ਆਸਰਾ ਨਹੀਂ ਹੈ। ਕਿਸੇ ਹੀ ਕੋਈ ਕੋਏ, ਕਿਸੇ ਨੂੰ ਕਿਸੇ ਦਾ, ਕਿਸੇ ਨੂੰ ਕਿਸੇ ਦਾ ਆਸਰਾ ਹੋਏਗਾ। ਪਰ ਮੰਝ ਨਿਮਾਣੀ ਇੱਕ ਤੋਂ, ਮੈਨੂੰ ਤਾਂ ਵਿਚਾਰੀ ਨੂੰ ਕਿ ਤੇਰੇ ਨਾਮ ਦਾ ਹੀ ਆਸਰਾ। ਛੋਟੀ ਬੱਚੀ ਨੂੰ ਆਪਦੇ ਪਿਓ ਦਾ ਆਸਰਾ ਹੁੰਦਾ। ਤੋ ਇੰਜ ਅਸੀਂ ਤੇਰੇ ਬੱਚੇ ਆ ਮਹਾਰਾਜ, ਤੈਥੋਂ ਬਿਨਾ ਸਾਡਾ ਕੋਈ ਵੀ ਨਹੀਂ ਹੈ। ਮਨ ਪ੍ਰੀਤ ਚੰਦ ਚਕੋਰ, ਸਾਡੇ ਮਨ ਸਾਡੇ ਹਿਰਦੇ 'ਚ ਤੇਰੀ ਐਸੀ ਪ੍ਰੀਤੀ ਹੈ ਜਿਵੇਂ ਚਕੋਰ ਦੀ ਚੰਦਰਮਾ ਦੇ ਨਾਲ ਹੁੰਦੀ ਹੈ ਜੀ। ਜਿਉ ਮੀਨ ਜਲ ਸਿਓ ਹੇਤ, ਜਿਵੇਂ ਮੱਛੀ ਦਾ ਪਾਣੀ ਨਾਲ ਪ੍ਰੇਮ ਹੈ। ਅਲ ਕਮਲ ਭਿੰਨ ਨਾ ਭੇਤ, ਜਿਵੇਂ ਭੌਰੇ ਦਾ ਕਮਲ ਦੇ ਫੁੱਲ ਨਾਲੋਂ ਕੋਈ ਫਰਕ ਨਹੀਂ ਹੁੰਦਾ, ਜਾਂ ਜਿਵੇਂ ਭੌਰਾ ਕਮਲ ਨਾਲੋਂ ਵੱਖ ਨਹੀਂ ਹੋਣਾ ਚਾਹੁੰਦਾ, ਇਸ ਭੇਤ ਨੂੰ ਸਭ ਕੋਈ ਹੀ ਜਾਣਦਾ ਹੈ। ਜਿਉ ਚਕਵੀ ਸੂਰਜ ਆਸ, ਜਿਵੇਂ ਚਕਵੀ ਨੂੰ ਸੂਰਜ ਦੇ ਦਰਸ਼ਨਾਂ ਦੀ ਆਸ ਉਮੀਦ ਲੱਗੀ ਰਹਿੰਦੀ ਹੈ। ਨਾਨਕ ਚਰਨ ਪਿਆਸ, ਸਤਿਗੁਰੂ ਮਹਾਰਾਜ ਕਥਨ ਕਰਦੇ, ਹੇ ਪ੍ਰਮਾਤਮਾ ਤਿਵੇਂ ਸਾਡੇ ਅੰਦਰ ਤੇਰੇ ਚਰਨਾਂ ਦੀ ਪਿਆਸ ਤ੍ਰੇ ਲੱਗੀ ਹੋਈ ਹੈ। ਅਮਲੀ ਜੀਵੈ ਅਮਲ ਖਾਏ, ਕਿਉਂ ਹਰ ਜਨ ਜੀਵੈ ਹਰ ਧਿਆਏ। ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਤੇ ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ। ਇਉਂ ਮਹਾਰਾਜ ਨੇ ਆਖਿਆ, ਤਿੰਨ ਭਾਵੈ ਸਭ ਕੋਏ। ਭਾਵੇਂ ਤਿੰਨਾਂ ਨੂੰ ਸਭ ਕੁਛ ਹੀ ਪ੍ਰਾਪਤ ਹੋ ਜਾਏ, ਪਰ ਉਹ ਜਿਵੇਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਅਮਲੀ ਬੰਦਾ ਅਮਲ ਤੋਂ ਬਗੈਰ ਨਹੀਂ ਰਹਿ ਸਕਦਾ,
ਇੰਜੋ ਮਹਾਰਾਜ ਦੇ ਦਰਸ਼ਨਾਂ ਤੋਂ, ਨਾਮ ਤੋਂ ਬਗੈਰ ਆਪਦੀ ਜ਼ਿੰਦਗੀ ਨਹੀਂ ਮੰਨਦੇ ਹਨ। ਜਿਉ ਤਰਨ ਭਾਰਤ ਪ੍ਰਾਨ, ਜਿਵੇਂ ਨੌਜਵਾਨ ਪਤਿਵਰਤਾ ਧਰਮ ਵਾਲੀ ਇਸਤਰੀ ਨੂੰ ਆਪ ਦਾ ਪਤੀ ਆਪ ਦੇ ਪ੍ਰਾਣਾ ਸਵਾਸਾਂ ਜ਼ਿੰਦਗੀ ਦੇ ਬਰਾਬਰ ਹੁੰਦਾ ਹੈ। ਜਿਉ ਲੋਭੀਐ ਧਨ ਦਾਨ, ਕਿਉਂ ਜਗਿਆਸੂ ਰੂਪ ਇਸਤਰੀ ਨੂੰ ਪਤੀ ਪ੍ਰਮਾਤਮਾ ਆਪਣੇ ਸਵਾਸਾਂ ਵਾਂਗ ਪਿਆਰਾ ਹੈ। ਜਿਵੇਂ ਲਾਲਚੀ ਬੰਦੇ ਨੂੰ ਧਨ ਦਾ ਦਾਨ ਦਿੱਤਾ ਜਾਏ ਉਹ ਬੜਾ ਖੁਸ਼ ਹੁੰਦਾ ਹੈ, ਇਵੇਂ ਤੇਰੇ ਜਗਿਆਸੂ ਤੇਰੇ ਦਰਸ਼ਨ ਰੂਪੀ ਧਨ ਦੇ ਲਾਲਚੀ ਹਨ ਜੀ। ਜਿਉ ਦੂਧ ਜਲ ਹੈ ਸੰਜੋਗ, ਜਿਵੇਂ ਜਿਹੜਾ ਦੁੱਧ ਹੈ ਇਹ ਪਾਣੀ ਦੇ ਸੰਯੋਗ ਦੇ ਨਾਲ ਬੜਾ ਪ੍ਰਸੰਨ ਹੈ, ਅਰਥਾਤ ਜਲ ਅਤੇ ਦੁੱਧ ਦੇ ਮਿਲਾਪ ਬਾਰੇ ਇਹ ਦੋ ਅੰਗੀ ਪ੍ਰੀਤੀ ਦਾ ਕਥਨ ਕੀਤਾ ਜਾਂਦਾ। ਦੁੱਧ ਅਤੇ ਜਲ ਨੂੰ ਆਪਣੇ 'ਚ ਮਿਲਾ ਕੇ ਆਪਣਾ ਹੀ ਰੂਪ ਬਣਾ ਲੈਂਦਾ। ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਦੁੱਧ 'ਚ ਕਿੰਨਾ ਪਾਣੀ ਹੈ, ਇਹ ਆਪਣੀ ਕੀਮਤ ਦੇ ਭਾਅ ਹੀ ਮੁੱਲ ਪਵਾ ਦਿੰਦਾ। ਜਿਸ ਵੇਲੇ ਦੁੱਧ ਨੂੰ ਕਾੜ੍ਹਨੀ 'ਚ ਪਾ ਕੇ ਅੱਗ 'ਤੇ ਰੱਖਿਆ ਜਾਂਦਾ ਤਦੋਂ ਦੁੱਧ ਵਿਚਲਾ ਪਾਣੀ ਉਬਾਲਿਆਂ ਨੂੰ ਸਹਾਰਦਾ ਹੈ ਅਤੇ ਦੁੱਧ ਨੂੰ ਸੜਨ ਨਹੀਂ ਦਿੰਦਾ, ਬਲਕਿ ਆਪ ਸੜਦਾ ਰਹਿੰਦਾ। ਜਦੋਂ ਦੁੱਧ ਵੇਖਦਾ ਕਿ ਪਾਣੀ ਮੇਰੇ ਕਰਕੇ ਕਸ਼ਟ ਸਹਿ ਰਿਹਾ ਤਾਂ ਉਹ ਆਪ ਦੇ ਪਿਆਰੇ ਦੀ ਰੱਖਿਆ ਲਈ ਅੱਗ ਨੂੰ ਬੁਝਾਉਣ ਵਾਸਤੇ ਭਾਂਡੇ ਤੋਂ ਬਾਹਰ ਆ ਕੇ, ਅਤੇ ਜੇ ਗੈਸ ਆ ਤਾਂ ਗੈਸ ਦੀਆਂ ਛੇਕਾਂ 'ਚ ਉਹਨੇ ਵੜ ਜਾਣਾ ਕਿ ਤੂੰ ਮੇਰੇ ਪਿਆਰੇ ਨੂੰ ਕਿਉਂ ਖਤਮ ਕਰ ਰਹੀ ਹੈ। ਜੇ ਗੋਹਿਆਂ ਦੀ ਅੱਗ ਹੈ ਉਹਦੇ 'ਤੇ ਪਾ ਕੇ ਪਾਣੀ ਤੇ ਉਹਨੇ ਸਾਰਾ ਕੁਛ ਬੁਝਾ ਸੁੱਟਣਾ। ਇਉਂ ਦੁੱਧ ਦੀ ਤਰ੍ਹਾਂ ਹੀ ਪ੍ਰਮਾਤਮਾ ਤੂੰ ਆਪ ਹੈ, ਜਲ ਦੀ ਤਰ੍ਹਾਂ ਤੇਰੇ ਪ੍ਰੇਮੀ ਨੇ। ਦੁੱਧ ਦੀ ਤਰ੍ਹਾਂ ਪ੍ਰਭੂ ਆਪ ਦੇ ਪ੍ਰੇਮੀ ਜਨਾਂ ਨੂੰ ਆਪਣਾ ਹੀ ਰੂਪ ਬਣਾ ਲੈਂਦਾ ਅਤੇ ਆਪਣੇ ਬਰਾਬਰੀ ਸਤਿਕਾਰ ਕਰਵਾ ਦਿੰਦਾ। ਜਿਵੇਂ ਜਿੰਨਾ ਚਿਰ ਪ੍ਰੇਮੀ ਜਨਾਂ ਦੇ ਸਰੀਰ 'ਚ ਪ੍ਰਾਣ ਰਹਿੰਦੇ ਉਹਨਾਂ ਚਿਰ ਤੱਕ ਉਹ ਵਾਹਿਗੁਰੂ ਵਿੱਚ ਦੋਸ਼ ਨਹੀਂ ਲੱਗਣ ਦਿੰਦੇ, ਸਗੋਂ ਆਪਣੇ ਉੱਪਰ ਕਸ਼ਟ ਸਹਾਰ ਕੇ ਸੀਸ ਦੇ ਕੇ ਵੀ ਵਾਹਿਗੁਰੂ ਪਰਮਾਤਮਾ ਦੇ ਸਨਮੁਖ ਰਹਿੰਦੇ। ਇਹ ਦੁਨੀਆ ਨੂੰ ਦੱਸਦੇ ਤੇ ਪ੍ਰਭੂ ਵਿੱਚ ਕੋਈ ਦੋਸ਼ ਨਹੀਂ ਹੈ, ਦੋਸ਼ ਸਾਡੇ ਵਿੱਚ ਹੀ ਹੈ। ਫਿਰ ਜਿਵੇਂ ਪਾਣੀ ਨੂੰ ਸੜਦਾ ਵੇਖ ਕੇ ਦੁੱਧ ਵਾਲਾ ਖਾ ਕੇ ਅੱਗ ਬੁਝਾਉਂਦਾ, ਤਿਵੇਂ ਆਪਣੇ ਭਗਤਾਂ ਨੂੰ ਦੁਖੀ ਹੁੰਦਾ ਵੇਖ ਕੇ ਪ੍ਰਮਾਤਮਾ ਉਹਨਾਂ ਦੀ ਰੱਖਿਆ ਲਈ ਪਾਪੀਆਂ ਦਾ ਨਾਸ਼ ਕਰਦਾ। ਜਿਵੇਂ ਭਗਤਮਾਲ ਗ੍ਰੰਥ 'ਚ ਸਧਨੇ ਕਸਾਈ ਦੀ ਸਾਖੀ ਲਿਖੀ ਹੈ ਕਿ ਉਹਨੂੰ ਇੱਕ ਬੀਬੀ ਨੇ ਦੋਸ਼ ਲਾ ਕੇ ਫੜਾ ਦਿੱਤਾ ਸੀਗਾ, ਅਤੇ ਫਿਰ ਜਦ ਉਹਨੂੰ ਕੰਧ 'ਚ ਚਿਣਿਆ ਅਤੇ ਸਾਧ ਸੰਗਤ ਜੀਓ ਜਿਹੜੀ ਕੰਧ ਦਾੜ ਦਾੜ ਕਰਕੇ ਡਿੱਗ ਪਈ ਸੀ ਅਤੇ ਇੱਟ ਵੱਜਣ ਤੋਂ ਉਹ ਜਿਹੜਾ ਚਿਣਾ ਰਿਹਾ ਸੀ ਸੂਬਾ ਉਹ ਚੜ੍ਹਾਈ ਕਰ ਗਿਆ। ਅਤੇ ਵਜ਼ੀਰਾਂ ਨੇ ਬੀਬੀ ਨੂੰ ਦੋਸ਼ੀ ਜਾਣ ਕੇ ਫਾਹੇ ਲਾ ਕੇ ਅਤੇ ਉਹਨੂੰ ਮਾਰ ਦਿੱਤਾ ਸੀਗਾ। ਕਿਉਂ ਮਹਾਰਾਜ ਨੇ ਸਧਨੇ ਕਸਾਈ ਦੀ ਰੱਖਿਆ ਕੀਤੀ। ਇਉਂ ਆਪਦੇ ਭਗਤਾਂ ਨੂੰ ਦੁਖੀ ਹੁੰਦਾ ਵੇਖ ਕੇ ਸਹਾਰਦਾ ਨਹੀਂ। ਜਿਵੇਂ ਪਾਣੀ ਦਾ ਛੱਟਾ ਮਾਰੇ ਦੁੱਧ ਸ਼ਾਂਤ ਹੋ ਜਾਂਦਾ, ਤਿਵੇਂ ਪ੍ਰੇਮੀਆਂ ਦੀ ਬੇਨਤੀ ਕਰਨ ਤੋਂ ਪ੍ਰਭੂ ਸ਼ਾਂਤ ਹੋ ਜਾਂਦਾ। ਜਿਵੇਂ ਪ੍ਰਹਿਲਾਦ ਦੀ ਰੱਖਿਆ ਲਈ ਨਰਸਿੰਘ ਨੇ ਭਿਆਨਕ ਰੂਪ ਧਾਰਿਆ, ਇੱਥੋਂ ਤੱਕ ਵੀ ਲక్ష్ਮੀ ਭਉ ਕਰੈ ਨਾ ਸਾਕਿਆ ਜਾਏ। ਉਹਦੀ ਸਗੀ ਘਰ ਵਾਲੀ ਜਿਹੜੀ ਲక్ష్ਮੀ ਮਾਤਾ ਉਹ ਵੀ ਡਰਦੀ ਮਾਰੀ, ਜਿਹੜੀ ਚਰਨਾਂ 'ਚ ਰਹਿੰਦੀ ਉਹ ਵੀ ਨਹੀਂ ਸੀ ਲਾਗੇ ਜਾਂਦੀ। ਸਾਰੇ ਦੇਵੀ ਦੇਵਤੇ ਕੰਬ ਰਹੇ ਸੀ ਥਰ ਥਰ। ਅਤੇ ਪ੍ਰਹਿਲਾਦ ਨੂੰ ਉਹਨਾਂ ਆਖਿਆ ਵੀ ਤੇਰੇ ਲਈ ਰੱਬ ਨੇ ਇਹੋ ਜਿਹਾ ਰੂਪ ਧਾਰਿਆ ਅਤੇ ਤੂੰ ਇਹਨਾਂ ਨੂੰ ਸ਼ਾਂਤ ਕਰ। ਤਾਂ ਪ੍ਰਹਿਲਾਦ ਜਨ ਚਰਨੀ ਲਾਗਾ ਆਏ। ਨਿਆਣੇ ਬੜੇ ਡਰਾਕਲ ਹੁੰਦੇ ਨੇ ਪਰ ਸੰਤ ਭਗਤ ਰੱਬ ਦਾ ਰੂਪ ਹੁੰਦੇ ਨੇ, ਉਹ ਕਦੀ ਡਰਦੇ ਨਹੀਂ। ਨਾ ਤਾਂ ਤੱਤੇ ਥੰਮ ਤੋਂ ਡਰਿਆ ਅਤੇ ਨਾ ਹੀ ਮਹਾਰਾਜ ਦੇ ਸਰੂਪ ਦੇ ਦਰਸ਼ਨ ਕਰਕੇ ਉਹਨੂੰ ਕੋਈ ਭੈ ਨਹੀਂ ਆਇਆ। ਛੋਟਾ ਜਿਹਾ 7 ਸਾਲ ਦਾ ਬੱਚਾ ਭੱਜ ਕੇ ਮਹਾਰਾਜ ਦੇ ਜਾ ਕੇ ਪੈਰ ਫੜ ਲਏ, ਕਹਿਣ ਲੱਗਾ ਹੇ ਪਿਤਾ ਜੀ, ਹੇ ਵਾਹਿਗੁਰੂ ਜੀ, ਆਪ ਦਾ ਸਰੂਪ ਅਸਲੀ ਬਣਾਓ। ਇਹ ਸਹਾਰਿਆ ਨਹੀਂ ਜਾਂਦਾ ਆਪ ਦਾ ਤੇਜ, ਫਿਰ ਅਸਲੀ ਸਰੂਪ 'ਚ ਦਰਸ਼ਨ ਹੋਏ। ਕਿਉਂ ਮਹਾਰਾਜ ਸ਼ਾਂਤ ਹੋ ਜਾਂਦਾ, ਉਹਨਾਂ ਦੇ ਕਹਿਣ ਤੋਂ ਪਾਪੀਆਂ ਦਾ ਵੀ ਉਧਾਰ ਕਰ ਦਿੰਦਾ। ਫਿਰ ਜਿਵੇਂ ਖਟਿਆਈ ਪੈਣ ਨਾਲ ਦੁੱਧ ਅਤੇ ਪਾਣੀ ਵੱਖ ਹੋ ਜਾਂਦਾ, ਇਵੇਂ ਦੋਹਤਾ ਨਿੰਦਿਆ ਕੋ ਸੰਗਤ ਰੂਪ ਖਟਿਆਈ ਪੈਣ ਨਾਲ ਪ੍ਰਭੂ ਨਾਲੋਂ ਵਿਛੋੜਾ ਹੋ ਜਾਂਦਾ ਹੈ। ਰੇ ਮਨ ਐਸੀ ਹਰਸਿਓ ਪ੍ਰੀਤ ਕਰ। ਮਹਾਰਾਜ ਨੇ ਉਦਾਹਰਨ ਦਿੱਤੀ, ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਖਵੈ, ਦੁੱਧ ਕੋ ਖਪਣ ਨਾ ਦੇ। ਜਿਉ ਮਾਹਾ ਖੁਦਿਆਰਥ ਭੋਗ। ਜਿਵੇਂ ਬਹੁਤਾ ਹੀ ਭੁੱਖਾ ਬੰਦਾ, ਦੁਖੀ ਮਨੁੱਖ ਭੁੱਖ ਦੇ ਨਾਲ ਉਹ ਭੋਜਨ ਨਾਲ ਪ੍ਰੀਤੀ ਉਹਦੀ ਹੁੰਦੀ ਹੈ, ਇਵੇਂ ਜਗਿਆਸੂ ਨੂੰ ਤੇਰੇ ਦਰਸ਼ਨਾਂ ਦੀ ਭੁੱਖ ਲੱਗੀ ਹੋਈ ਹੈ। ਜਿਉ ਮਾਤ ਪੂਤਹਿ ਹੇਤ। ਜਿਵੇਂ ਮਾਂ ਦਾ ਆਪਦੇ ਪੁੱਤ ਨਾਲ ਪ੍ਰੇਮ ਹੁੰਦਾ ਹੈ। ਵੇਖੋ ਮਾਤਾ ਗੁਜਰੀ ਦਾ ਕਿੰਨਾ ਪਿਆਰ ਸੀਗਾ। ਸਾਹਿਬਜ਼ਾਦਿਆਂ ਦੀ ਖਬਰ ਸੁਣਦਿਆਂ ਹੀ ਹੋਗਾ ਲੈ ਗਈ, ਉਹਨੇ ਨਹੀਂ ਮੁੜ ਕੇ ਸਾਹ ਲਿਆ।
ਆਖਿਆ ਧੰਨਵਾਦ ਵੀਰ ਤੇਰਾ, ਮੋਤੀ ਮਹਿਰੇ ਨੇ ਖਬਰ ਦਿੱਤੀ, ਤੈਨੂੰ ਰੱਬ ਭਾਗ ਲਾਏ, ਬੜੀਆਂ ਸੀਸਾਂ ਦਿੱਤੀਆਂ, ਤੈਨੂੰ ਮਹਾਰਾਜ ਆਪਦੇ ਚਰਨਾਂ 'ਚ ਹਮੇਸ਼ਾ ਰੱਖੇ, ਭਾਵੇਂ ਕਿ ਬਾਅਦ ਵਿੱਚ ਉਹਦੀ ਵੀ ਕੁਰਬਾਨੀ ਹੋਈ। ਕਿ ਉਹ ਮਾਤਾ ਜੀ ਨੇ 10ਵੇਂ ਦਵਾਰ ਥਾਣੀ ਸਵਾਸ ਕੱਢ ਕੇ ਸਾਹਿਬਜ਼ਾਦਿਆਂ ਨਾਲ ਹੀ ਆਖਿਆ, ਬੱਚਿਓ ਉਹ ਅੱਗੇ ਹਾਜ਼ਰ ਹੋਏ ਆ ਕੇ। ਆਖਿਆ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਸਾਹਿਬਜ਼ਾਦਿਓ ਦਰਸ਼ਨ ਨਹੀਂ ਹੋ ਰਹੇ, ਆਵਾਜ਼ ਕਿੱਥੋਂ ਆ ਰਹੀ ਆ? ਕਹਿੰਦੇ ਆਪਾਂ ਨੇ ਅਗੰਮੀ ਚੋਲਾ ਪਹਿਨ ਲਿਆ, ਆਪਾਂ ਚੱਲੇ ਆ। ਇਹ ਤਾਂ ਦੁਨਿਆਵੀ ਕਥਾ ਨੇ ਵੀ ਮੋਤੀ ਮਹਿਰੇ ਨੇ ਖਬਰ ਦਿੱਤੀ ਜਾਂ ਜੋ ਹੋਇਆ ਜੋ ਮਾਤਾ ਜੀ ਨੂੰ ਸਭ ਕੁਝ ਪਤਾ ਸੀਗਾ ਆਪਣੇ ਆਪ। ਸਾਹਿਬਜ਼ਾਦਿਆਂ ਦੀਆਂ ਰੂਹਾਂ ਆ ਕੇ ਫਤਿਹ ਬੁਲਾ ਰਹੀਆਂ ਸਨ। ਤੇ ਕਹਿੰਦੇ ਕਿੱਥੇ ਚੱਲੇ? ਕਹਿੰਦੇ ਦਾਦੇ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਚੱਲੇ ਆ। ਕਹਿੰਦੇ ਬੱਚਿਓ ਮੈਂ ਇਕੱਲੀ ਕੀ ਕਰੂੰਗੀ, ਆਪਾਂ ਤਿੰਨੇ ਚੱਲਦੇ ਹਾਂ। ਉਸੇ ਵਕਤ ਹੀ ਹੌਕਾ ਲਿਆ ਤੇ ਚੜ੍ਹਦੀ ਕਲਾ ਹੋ ਗਏ ਤੇ ਹੋ ਗਏ। ਫਿਰ ਤਿੰਨੇ ਰੂਹਾਂ ਕਲਗੀਧਰ ਦੇ ਚਰਨਾਂ 'ਚ ਪਹੁੰਚੀਆਂ। ਫਿਰ ਮਾਰ ਨੇ ਮਿੱਤਰ ਪਿਆਰੇ ਨੂੰ ਸ਼ਬਦ ਰਾਹੀਂ ਵਾਹਿਗੁਰੂ ਨੂੰ ਮੈਸੇਜ ਦਿੱਤਾ, ਤੋ ਇਉਂ ਮਾਂ ਦੇ ਪੁੱਤ ਦਾ ਬੜਾ ਪ੍ਰੇਮ ਹੈ। ਹਰ ਹਰ ਸਿਮਰ ਨਾਨਕ ਨੇਤ। ਮਾਤਾ ਅਜੀਤ ਕੌਰ ਨੂੰ ਗੁਰੂ ਸਾਹਿਬਾਂ ਨੇ ਸਿਰ ਤੇ ਹੱਥ ਰੱਖ ਕੇ ਜਦ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੀਨ ਦਿਖਾਇਆ ਸਮੇਂ ਤੋਂ ਪਹਿਲਾਂ ਹੀ, ਉਹ ਵੀ ਹੌਕਾ ਲੈਂਦੀਆਂ ਸਾਰੀ ਉੱਥੇ ਹੀ ਚੜਾਈ ਕਰ ਗਏ। ਕਹਿੰਦੀ ਮਹਾਰਾਜ ਅੱਖਾਂ ਨਾਲ ਨਹੀਂ ਮੈਂ ਵੇਖ ਸਕਦੀ। ਮਹਾਰਾਜ ਕਹਿੰਦੇ ਹੋਊਗਾ ਤਾਂ ਇਸੇ ਤਰ੍ਹਾਂ ਹੀ, ਨਹੀਂ ਤੂੰ ਵੇਖ ਸਕਦੀ ਤੇ ਫਤਿਹ ਬੁਲਾ। ਕਹਿੰਦੀ ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਅਜੀਤ ਕੌਰ ਜੀ ਪੁੱਤਾਂ ਦਾ ਦੁੱਖ ਨਾ ਸਹਾਰਨ ਕਰਕੇ ਹੀ ਪਹਿਲਾਂ ਚੜਾਈ ਕਰ ਗਈ ਸਨ। ਇਉਂ ਇਹ ਹਰੀ ਤਿਵੇਂ ਅਸੀਂ ਨਿਤਾ ਪ੍ਰਤੀ ਤੇਰੇ ਨਾਲ ਪ੍ਰੇਮ ਕਰਦੇ ਹਾਂ। ਜੋ ਦੀਪ ਪਤਨ ਪਤੰਗ। ਜਿਵੇਂ ਦੀਵੇ ਤੇ ਪਤੰਗਾ ਡਿੱਗ ਕੇ ਨਾਸ਼ ਹੋ ਜਾਂਦਾ, ਤਿਵੇਂ ਗੁਰਮੁਖ ਜਨ ਪ੍ਰਭੂ ਦੀ ਜੋਤ 'ਚ ਆਪਣੇ ਵਿਧ ਨਖੇਧ ਰੂਪੀ ਕਰਮਾਂ ਨੂੰ ਸਾੜ ਲੈਂਦੇ ਨੇ। ਜੋ ਚੋਰ ਹਿਰਤ ਨਿਸੰਗ। ਜਿਵੇਂ ਚੋਰੀ ਕਰਨ ਵਾਲਾ ਜਿਹੜਾ ਚੋਰ ਹੈ ਇਹ ਨਿਸ਼ੰਗ ਹੋ ਕੇ ਚੋਰੀ ਕਰਦਾ ਹੈ, ਤਿਵੇਂ ਸਾਡਾ ਚਿੱਤ ਰੂਪੀ ਚੋਰ ਤੇਰੇ ਨਾਮ ਰੂਪੀ ਤੁਹਾਨੂੰ ਨਿਸ਼ੰਗ ਹੋ ਕੇ ਚੁਰਾਈ ਜਾ ਰਿਹਾ ਹੈ। ਮੈਗ ਲਹਿ ਕਾਮੈ ਬੰਧ। ਜਿਵੇਂ ਹਾਥੀ ਕਾਮ ਆਸ਼ਨਾ ਕਰਕੇ ਬੰਨਿਆ ਜਾਂਦਾ ਹੈ। ਜਿਉ ਗ੍ਰਸਤ ਬਿਖਈ ਧੰਦ। ਤਿਵੇਂ ਸਾਡਾ ਮਨ ਰੂਪ ਹਾਥੀ ਪ੍ਰੇਮ ਦੇ ਟੋਏ ਤੇ ਮੁਕਤੀ ਰੂਪ ਹਾਥਨੀ ਨੂੰ ਦੇਖ ਕੇ ਤੇਰੇ ਦਰਸ਼ਨਾਂ ਦੀ ਕਾਮਨਾ 'ਚ ਵੱਜ ਗਿਆ ਹੈ। ਜਿਵੇਂ ਮਸ਼ਾਈ ਪੁਰਸ਼ ਧੰਦਿਆਂ 'ਚ ਗਰਸਿਆ ਰਹਿੰਦਾ, ਤਿਵੇਂ ਸਾਡਾ ਚਿੱਤ ਤੇਰੇ ਪ੍ਰੇਮ ਰੂਪ ਧੰਦੇ 'ਚ ਗਰਸਿਆ ਹੋਇਆ ਹੈ। ਜੋ ਜੁਆਰ ਬਿਸਨ ਨਾ ਜਾਏ। ਜਿਵੇਂ ਜੂਏ ਬਾਜ ਦਾ ਜੂਆ ਖੇਡਣ ਵਾਲੀ ਆਦਤ ਨਹੀਂ ਜਾਂਦੀ। ਹਰ ਨਾਨਕ ਇਹੋ ਮਨ ਲਾਏ। ਤਿਵੇਂ ਸਾਡੇ ਚਿੱਤ ਦੀ ਭਜਨ ਸਿਮਰਨ ਵਾਲੀ ਆਦਤ ਨਹੀਂ ਜਾਂਦੀ। ਮਹਾਰਾਜ ਕਥਨ ਕਰਦੇ ਹੀ ਪ੍ਰਮਾਤਮਾ ਤਿਵੇਂ ਅਸੀਂ ਆਪਣਾ ਇਹ ਮਨ ਤੇਰੇ ਚਰਨਾਂ ਦੀ ਪ੍ਰੀਤੀ ਦੇ ਵਿੱਚ ਲਾਉਣਾ ਕੀਤਾ ਹੈ। ਪੁਰੰਕ ਨਾਦੈ ਨੇਹੋ। ਸਤਿਗੁਰੂ ਸ੍ਰੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੋ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਉਹ ਆਪਣਾ ਪਿਆਰ ਵਾਹਿਗੁਰੂ ਜੀ ਨਾਲ ਜਨਾਉਂਦੇ ਨੇ ਕਿ ਜਿਵੇਂ ਹਰਨ ਦਾ ਕੰਡੇ ਹੇੜੇ ਦੀ ਆਵਾਜ਼ ਨਾਲ ਪ੍ਰੇਮ ਹੁੰਦਾ ਹੈ। ਜਿਹੜੇ ਹਰਨ ਨੂੰ ਪਕੜਨ ਵਾਲੇ ਹਨ ਉਹ ਕੀ ਕਰਦੇ ਨੇ, ਇੱਕ ਮਿੱਟੀ ਦਾ ਘੜਾ ਲੈ ਕੇ ਉਹਦੇ ਵਿੱਚ ਮੋਰੀਆਂ ਕੱਢ ਲੈਂਦੇ ਹਨ। ਮਿੱਟੀ ਦਾ ਪੱਕਾ ਹੋਇਆ ਘੜਾ ਲੈ ਕੇ ਉਹਦੇ 'ਚ ਮੋਰੀਆਂ ਕੱਢ ਲੈਂਦੇ ਨੇ। ਉਹਦੇ 'ਤੇ ਕਹਿਣ ਦੀ ਥਾਲੀ ਮੁੱਧੀ ਮਾਰ ਕੇ ਤੇ ਡੰਡਿਆਂ ਦੇ ਨਾਲ ਖੜਕਾਉਂਦੇ ਨੇ। ਜਿਹੜੀ ਆਵਾਜ਼ ਉਹਦੇ ਵਿੱਚ ਆਉਂਦੀ ਹੈ ਤੇ ਰਾਤ ਦੇ ਹਨੇਰੇ ਵਿੱਚ ਉਹ ਘੜੇ ਅੰਦਰ ਦੀਵਾ ਜਗਾ ਲੈਂਦੇ ਨੇ। ਉਹ ਮੋਰੀਆਂ ਦੇ ਥਾਣੀ ਲਾਈਟਾਂ ਬਾਹਰ ਆਉਂਦੀਆਂ ਨੇ ਤੇ ਕਹਿਣ ਦੀ ਥਾਲੀ ਦੀ ਜਦ ਆਵਾਜ਼ ਆਉਂਦੀ ਹੈ ਤਾਂ ਉਸ ਵਕਤ ਜਿਹੜਾ ਹਰਨ ਹੈ ਆਵਾਜ਼ ਵੱਲ ਖਿੱਚਿਆ ਭੱਜਾ ਆਉਂਦਾ ਹੈ। ਦੂਰੋਂ ਲਾਈਟਾਂ ਚਮਕਦੀਆਂ ਦੇਖਦਾ ਤੇ ਉਹ ਮੋਹਿਤ ਹੋ ਜਾਂਦਾ। ਆ ਕੇ ਜਿੱਥੇ ਆਵਾਜ਼ ਆਉਂਦੀ ਹੈ ਉਹਦੇ ਅੱਗੇ ਸਿਰ ਸੁੱਟ ਕੇ ਖਲੋ ਜਾਂਦਾ। ਸ਼ਿਕਾਰੀ ਦੀ ਮਰਜ਼ੀ ਹੈ ਕਿ ਉਹਨੂੰ ਜਿਉਂਦਾ ਫੜ ਲਏ ਕਿ ਜਾਂ ਉਹਨੂੰ ਮਾਰ ਕੇ ਕਾਬੂ ਕਰ ਲਵੇ। ਇਉਂ ਜਿਹੜਾ ਹਰਨ ਹੈ ਕੰਡੇ ਹੇੜੇ ਦੀ ਆਵਾਜ਼ ਨਾਲ ਪ੍ਰੇਮ ਕਰਦਾ ਹੈ।
ਇਸੇ ਤਰ੍ਹਾਂ ਇਹ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਸਾਡਾ ਚਿੱਤ ਰੂਪੀ ਹਰਨ ਹੈ, ਜਦੋਂ ਤੇਰੀ ਗੁਰਬਾਣੀ ਦੀ ਆਵਾਜ਼ ਸੁਣਦਾ ਆਸਾ ਦੀ ਵਾਰ ਵਾਹਿਗੁਰੂ ਬਾਣੀ ਦਾ ਨਿਤਨੇਮ, ਉਸੇ ਵਕਤ ਗੁਰੂ ਘਰ ਵੱਲ ਭੱਜਾ ਆਉਂਦਾ ਹੈ। ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਮੇਰੇ ਅੰਤਰ ਬੇਦਨ ਗੁਰ ਬਿਰਹੁ ਲਗਾਵੇ। ਮੈਂ ਗੁਰੂ ਮਹਾਰਾਜ ਤੋਂ ਬਗੈਰ ਸੋ ਸ਼ਾਂਤੀ ਦੀ ਨੀਂਦ ਨਹੀਂ ਸੌਂ ਸਕਦਾ। ਇਉਂ ਆਪ ਦੀ ਨੀਂਦ ਨੂੰ ਅੰਮ੍ਰਿਤ ਵੇਲੇ ਗੁਰਮੁਖ ਤਿਆਗ ਦਿੰਦੇ ਹਨ। ਚਾਤ੍ਰਿਕ ਚਾਹਤ ਮੇਹ, ਪਿੰਨੀ ਰਨੜੀਏ ਚਾ ਮੱਖਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗੇ, ਨਾਮ ਸਿਮਰੈ ਅਨੰਦਿਨੋ। ਜਿਵੇਂ ਚਾਤ੍ਰਿਕ ਬਬੀਆ ਮੇਹੋਂ ਬਦਲਾਂ ਦੇ ਵਿੱਚੋਂ ਸਵੰਤੀ ਬੂੰਦ ਨੂੰ ਚਾਹੁੰਦਾ ਹੈ, ਤਿਵੇਂ ਸਾਡਾ ਚਿੱਤ ਰੂਪ ਬਬੀਆ ਗੁਰੂ ਰੂਪੀ ਬਦਲ ਤੋਂ ਅਭੇਦਤਾ ਰੂਪ ਸਵੰਤੀ ਬੂੰਦ ਚਾਹੁੰਦਾ ਹੈ। ਜਨ ਜੀਵਨਾ ਸਤ ਸੰਗ, ਤਿਵੇਂ ਹੀ ਸਾਡੇ ਜਨਮ ਦਾ ਸਤਸੰਗ ਦੇ ਵਿੱਚ ਜੀਵਣਾ ਹੁੰਦਾ ਹੈ। ਇਹ ਵਾਹਿਗੁਰੂ ਜੀਵਨਾ ਹਰ ਜੀਵਨਾ, ਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਤੇਰਾ ਨਾਮ ਜਪ ਕਰਕੇ ਹੀ ਜਨ ਦਾ ਜੀਵਣਾ ਹੁੰਦਾ ਹੈ। ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸਾਚਾ ਨਾਉ, ਮਰਨੰ ਬਿਸਰਨ ਗੋਬਿੰਦ, ਜੀਵਨੰ ਹਰ ਨਾਮ ਧਿਆਵਨ। ਗੋਬਿੰਦ ਭਜਨਾ ਰੰਗ, ਇਹ ਪਰਮਾਤਮਾ ਸਾਨੂੰ ਤੇਰੇ ਭਜਨ ਸਿਮਰਨ ਦਾ ਰੰਗ ਪ੍ਰੇਮ ਲੱਗਾ ਹੋਇਆ ਹੈ। ਰਸਨਾ ਬਖਾਨੈ ਨਾਮ, ਇਹ ਪਰਮਾਤਮਾ ਜੋ ਸਾਡੀ ਰਸਨਾ ਜ਼ਬਾਨ ਹੈ ਤੇਰੇ ਵਾਹਿਗੁਰੂ ਨਾਮ ਨੂੰ ਉਚਾਰਨ ਕਰਦੀ ਰਹਿੰਦੀ ਹੈ। ਨਾਨਕ ਦਰਸ਼ਨ ਦਾਨ, ਸਤਿਗੁਰੂ ਮਹਾਰਾਜ ਫਰਮਾਉਂਦੇ ਕਿ ਹੇ ਪ੍ਰਮਾਤਮਾ ਤੂੰ ਕਿਰਪਾ ਕਰ ਸਾਨੂੰ ਆਪਣੀ ਦਰਸ਼ਨਾਂ ਦਾ ਦਾਨ ਦੇਣਾ ਕਰ। ਗੁਣ ਗਾਏ ਸੁਣ ਲਿਖ ਦੇ, ਜੋ ਮਨੁੱਖ ਪ੍ਰਮਾਤਮਾ ਦੇ ਗੁਣਾਂ ਨੂੰ ਕੀਰਤਨ ਰੂਪ ਦੇ ਵਿੱਚ ਗਾਉਂਦਾ, ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਨਾਲ ਸੁਣਦਾ ਤੇ ਕਿਸੇ ਨੂੰ ਲਿਖ ਕੇ ਦਿੰਦਾ ਹੈ ਜਾਂ ਹਿਰਦੇ ਦੇ ਵਿੱਚ ਲਿਖ ਦਿੰਦਾ, ਉਹ ਕਰ ਦਿੰਦਾ ਹੈ। ਸੋ ਸਰਬ ਫਲ ਹਰ ਲੇ, ਉਹ ਧਰਮ ਅਰਥ ਕਾਮ ਰੂਪ ਮੋਖ ਰੂਪ ਸਾਰੇ ਫਲ ਹਰੀ ਪ੍ਰਮਾਤਮਾ ਦੇ ਪਾਸੋਂ ਲੈ ਲੈਂਦਾ, ਪ੍ਰਾਪਤ ਕਰ ਲੈਂਦਾ ਹੈ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ, ਤੇ ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੀ ਹਉਮੈ ਛੋਰੈ, ਜੇ ਕੋ ਜਨਮ ਮਰਨ ਦੀ ਡਰੈ, ਸਾਧ ਜਨਾਂ ਕੀ ਸਰਨੀ ਭਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸੈ, ਨਾਨਕ ਤਾਂਕੈ ਬਲ ਬਲ ਜਾਸਾ। ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਪਈ ਸਿਮਰ ਸਿਮਰ ਵਿਧਾਤਾ। ਵਿਧਾਤਾ ਫਲ ਪ੍ਰਦਾਤਾ ਵਾਹਿਗੁਰੂ ਜੀ ਨੂੰ ਯਾਦ ਕਰਕੇ ਸਿਮਰ ਕਰਕੇ ਸਾਡੀ ਸਾਰੀ ਮਨੋਕਾਮਨਾ ਸੰਪੂਰਨ ਹੋ ਗਈ ਹੈ। ਪਰ ਸਾਡੇ ਵਿੱਚ ਇਹ ਕਮੀ ਹੈ ਕਿ ਆਪਾਂ ਰੈਡੀਮੇਡ ਸੁਭਾਅ ਹੋਣ ਕਰਕੇ ਕੀਤੀ ਕਰਾਈ ਕਮਾਈ ਲੱਭਦੇ ਹਾਂ ਕਿ ਪਾਠ ਸੁਖਮਨੀ ਸਾਹਿਬ ਦਾ ਕੋਈ ਹੋਰ ਕਰੇ ਤੇ ਪਦਾਰਥ ਸਾਡੇ ਘਰ ਆ ਜਾਣ ਤੇ ਸਭ ਕੁਝ ਸਾਨੂੰ ਪ੍ਰਾਪਤ ਹੋ ਜਾਏ। ਬੰਦਗੀ ਕੋਈ ਹੋਰ ਕਰੇ, ਨਾਮ ਕੋਈ ਹੋਰ ਜਪੇ। ਮਤਲਬ ਜਿਹੜੇ ਸੰਤ ਨੇ ਸਾਧੂ ਨੇ ਉਹ ਤਾਂ ਆਪਦੇ ਭਲੇ ਵਾਸਤੇ ਨਾਮ ਜਪਦੇ ਨੇ, ਤੇ ਸਾਡੀ ਕਾਮਨਾ ਹੁੰਦੀ ਹੈ ਵੀ ਸੰਤ ਨਾਮ ਜਪਦਾ ਰਹੇ, ਬਾਣੀ ਪੜ੍ਹਦਾ ਰਹੇ ਤੇ ਅਰਦਾਸ ਸਾਡੀ ਕਰਦੇ। ਤੁਸੀਂ ਦੱਸੋ ਬਈ ਕੁਛ ਇਸ ਤਰ੍ਹਾਂ ਹੋ ਸਕਦਾ? ਭਾਂਡੇ ਆਪਾਂ ਕਿਸੇ ਕੋ ਮੰਜਾ ਸਕਦੇ ਹਾਂ, ਕੱਪੜੇ ਧਵਾ ਸਕਦੇ ਹਾਂ, ਰੋਟੀ ਪਕਵਾ ਸਕਦੇ ਹਾਂ, ਪੈਸੇ ਦੇ ਕੇ ਸਭ ਕੁਝ ਮਿਲ ਜਾਂਦਾ। ਪਰ ਮੈਨੂੰ ਮਾਫ ਕਰਨਾ, ਮੁਕਤੀ ਵਾਸਤੇ ਭਲੇ ਵਾਸਤੇ ਜੇ ਕੁਛ ਲੈਣਾ ਹੋਵੇ ਤੇ ਸ਼ਰਧਾ ਭਾਵਨਾ ਦਾ ਇਜ਼ਹਾਰ ਕਰਨਾ ਪੈਂਦਾ ਹੈ। ਜੋ ਸ੍ਰੀ ਸਹਿਜ ਪਾਠ ਜਾਂ ਅਖੰਡ ਪਾਠ ਦੀ ਮਰਜ਼ਾਦਾ ਹੈ ਉਹਦੇ ਵਿੱਚ ਇਹ ਨਿਯਮ ਹੈ ਕਿ ਇਨਸਾਨ ਸੇਵਾ ਕਰੇ, ਹਾਜ਼ਰੀ ਭਰੇ, ਵੱਧ ਤੋਂ ਵੱਧ ਸਮਾਂ ਚੌਂਕੜਾ ਮਾਰ ਕੇ ਗੁਰਬਾਣੀ ਨੂੰ ਸਰਵਣ ਕਰੇ।
ਗੱਲ ਤਾਂ ਪਿਆਰ ਦੀ ਹੈ, ਸ਼ਰਧਾ ਦੀ ਹੈ। ਤੇ ਜੇ ਆਪਾਂ ਆਖੀਏ ਵੀ ਪੈਸੇ ਨਾਲ ਰੱਬ ਖਰੀਦਿਆ ਜਾਂਦਾ ਤਾਂ ਕਬੀਰ ਜੀ ਕਹਿੰਦੇ, ਕਬੀਰ ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੀ ਰਾਮ ਲਿਆ ਹੈ ਮੋਲ। ਤੁਸੀਂ ਭਾਵੇਂ ਸੋਨਾ ਲੈ ਕੇ ਕਿਲੋ ਸੋਨਾ ਲੈ ਆਓ, ਕੁਛ ਨਹੀਂ ਮਿਲਣ ਵਾਲਾ ਹੈ ਜਿੰਨਾ ਚਿਰ ਸ਼ਰਧਾ ਪਿਆਰ ਤੇ ਮਹਾਰਾਜ ਦੇ ਨਾਲ ਥੋੜ੍ਹਾ ਬਹੁਤਾ ਲਗਾਵ ਨਹੀਂ ਹੈ। ਠੀਕ ਹੈ ਕਿ ਅਸੀਂ ਮਤਲਬੀ ਹਾਂ, ਸੈਲਫਿਸ਼ ਹਾਂ, ਪਰ 100% ਨਹੀਂ। ਜੇ 80% ਸਾਡਾ ਮਤਲਬ ਹੈ ਤੇ 20% ਪਿਆਰ ਹੋਊਗਾ ਤਾਂ ਮਹਾਰਾਜ ਸਾਡੀ ਅਰਦਾਸ ਸੁਣੇਗਾ। ਤੇ ਜੇ ਆਪਾਂ ਆਖੀਏ ਕਿ ਆਪਾਂ ਮਾਇਆ ਦੇ ਨਾਲ ਸਭ ਕੁਝ ਪ੍ਰਾਪਤ ਕਰ ਲਈਏ, ਇੰਜ ਕੁਝ ਵੀ ਹੋਣ ਵਾਲਾ ਨਹੀਂ ਹੈ। ਮਹਾਰਾਜ ਦਿੰਦਾ ਸਭਨਾਂ ਨੂੰ ਹੈ, ਬਿਨਾਂ ਮੰਗਣ ਤੋਂ ਬਖਸ਼ਦਾ ਹੈ। ਤੇ ਪਰ ਉਹਦੇ ਨਾਲ ਸ਼ਰਧਾ ਰੱਖਣ ਦੀ, ਪਿਆਰ ਰੱਖਣ ਦੀ ਗੁਰੂ ਸਾਹਿਬ ਦੀ ਆਗਿਆ ਹੈ ਕਿ ਭਾਈ ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੇ। ਸਾਧ ਜਨਾਂ ਦਾ ਮਤਲਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ 'ਚ ਸੰਗਤ ਦੀ ਸੇਵਾ ਦੇ ਵਿੱਚ ਜੁੜ ਜਾਏ। ਮਾਤਾ ਅਜੀਤ ਕੌਰ, ਮਾਤਾ ਸੁੰਦਰ ਕੌਰ ਨੇ ਗੁਰੂ ਕਲਗੀਧਰ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਕਿਰਪਾ ਕਰੋ ਸਾਡੀ ਗੋਦ ਹਰੀ ਹੋਵੇ। ਤੇ ਸਾਹਿਬਾਂ ਨੇ ਮਾਤਾ ਅਜੀਤ ਕੌਰ ਨੂੰ ਆਖਿਆ ਸੀ ਕਿ ਆਪ ਦੇ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਤੇ ਸੰਗਤਾਂ ਸਾਧੂਆਂ ਨੂੰ ਆਪ ਛਕਾਉਣ ਦੀ ਸੇਵਾ ਕਰੋ। ਤਾਂ ਮਾਤਾ ਜੀ ਦੀ ਕਾਮਨਾ ਪੂਰੀ ਹੋਈ। ਇੰਜ ਸੋ ਮਹਾਰਾਜ ਨੇ ਆਖਿਆ ਕਿ ਕਲੋ ਮਸਾਜਨੀ ਕਿਆ ਸਦਾਈਐ, ਹਿਰਦੇ ਹੀ ਲਿਖ ਲਿਓ। ਕਲਮ ਤੇ ਦਵਾਤ ਭਲਾ ਕੀ ਸਦਾਉਣੀ ਹੈ, ਕੀ ਮੰਗਾਉਣੀ ਹੈ? ਤੁਸੀਂ ਪ੍ਰੇਮ ਦੀ ਕਲਮ ਲੈ ਕੇ ਤੇ ਸ਼ਰਧਾ ਦੀ ਸਿਆਹੀ ਲੈ ਕੇ ਆਪ ਦੇ ਹਿਰਦੇ ਰੂਪੀ ਕਾਗਜ਼ ਦੇ ਉੱਪਰ ਕੀ ਲਿਖਣਾ ਹੈ? ਮੇਰੀ ਪਟੀਆ ਲਿਖਦੇ ਹੋ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮੇਰੀ ਪਟੀਆਂ ਲਿਖਦੇ ਹੋ ਸ੍ਰੀ ਗੋਪਾਲ, ਸ੍ਰੀ ਗੋਪਾਲ ਦਾ ਨਾਮ ਲਿਖਣਾ ਮਤਲਬ ਹਿਰਦੇ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਹੋਣਾ ਚਾਹੀਦਾ ਤੇ ਹੱਥੀਂ ਸੇਵਾ ਹੋਣੀ ਚਾਹੀਦੀ। ਪਾਤਸ਼ਾਹ ਜੀ ਕਥਨ ਕਰਦੇ, ਗੁਣ ਗਾਏ ਸੁਣ ਲਿਖਦੇ। ਜਿਹੜਾ ਬੰਦਾ ਰੱਬ ਦੇ ਗੁਣਾਂ ਨੂੰ ਕੀਰਤਨ ਰੂਪ ਚ ਗਾਉਂਦਾ, ਸ਼ਰਧਾ ਤੇ ਵਿਸ਼ਵਾਸ ਰੂਪ ਕਰਨਾ ਨਾਲ ਸੁਣਦਾ ਤੇ ਕਿਸੇ ਨੂੰ ਲਿਖ ਕੇ, ਪੁਰਾਣਾ ਸਮਾਂ ਸੀਗਾ, ਪ੍ਰੈਸਾਂ ਨਹੀਂ ਸੀ ਹੁੰਦੀਆਂ, ਅੱਜ ਕੱਲ੍ਹ ਵੀ ਲਿਖਣ ਦੀ ਸੇਵਾ ਹੋ ਸਕਦੀ ਹੈ ਕਿਉਂਕਿ ਕੱਚੇ ਕਾਗਜ਼ ਦੀ ਤਾਂ ਲਿਖਣਾ ਹੀ ਪਊ। ਜੇ ਕੰਪਿਊਟਰ ਤੇ ਵੀ ਚੜਾਉਣਾ ਹੈ, ਕੰਪਿਊਟਰ ਵਾਲਿਆਂ ਨੂੰ ਕਿਹੜਾ ਪਤਾ ਹੁੰਦਾ, ਲਾਗੇ ਬਹਿਣਾ ਪੈਂਦਾ, ਇੱਥੇ ਸਿਆਰੀ ਪਾਉਣੀ, ਇੱਥੇ ਬਿਆਰੀ ਪਾਉਣੀ, ਇੱਥੇ ਔਂਕੜ ਪਾਉਣਾ, ਫਿਰ ਪ੍ਰੂਫ ਰੀਡਿੰਗ 6-7 ਵਾਰ ਕਰਨੀ ਪੈਂਦੀ, ਫਿਰ ਵੀ ਗਲਤੀ ਰਹਿ ਜਾਂਦੀ। ਇੰਜ ਜਿਹੜਾ ਲਿਖ ਕੇ ਸੇਵਾ ਨਿਭਾਉਂਦਾ ਹੈ ਸੋ ਸਰਬ ਫਲ ਹਰ ਲੇ। ਜਾਂ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਮੁਕਰ ਦਿੰਦਾ, ਲਿਖ ਦਿੰਦਾ ਤੇ ਸੇਵਾ ਸਿਮਰਨ 'ਚ ਚਿੱਤ ਜੋੜ ਲੈਂਦਾ, ਉਹ ਧਰਮ ਅਰਥ ਕਾਮ ਮੋਖ ਰੂਪ ਸਾਰੇ ਫਲ ਵਾਹਿਗੁਰੂ ਜੀ ਦੇ ਪਾਸੋਂ ਲੈ ਲੈਂਦਾ, ਪ੍ਰਾਪਤ ਕਰ ਲੈਂਦਾ ਹੈ। ਕੋਈ ਮਨਸਾ ਉਹਦੀ ਅਧੂਰੀ ਨਹੀਂ ਰਹਿੰਦੀ ਹੈ। ਕੁਲ ਸਮੂਹ ਕਰਤ ਉਧਾਰ, ਉਹ ਆਪਣੀਆਂ ਸਾਰੀਆਂ ਪ੍ਰਤੱਖ ਗੁਣਾਂ ਦਾ, ਜੋ ਪਿੱਛੇ ਦਾਦੇ ਪੜਦਾਦੇ ਸਾਡੇ ਚੜ੍ਹਾਈ ਕਰ ਗਏ, ਤੇ ਜਿਹੜਾ ਬਾਲ ਬੱਚਾ ਉਹਨੂੰ ਰੱਬ ਦੇ ਨਾਮ ਵੱਲ ਲਾ ਕੇ ਜਾਂ ਦੇਵੀ ਸੰਪਦਾ ਰੂਪੀ ਕੁਲ ਦਾ ਆਸਰੀ ਸੰਪਦਾ ਤੋਂ ਉਧਾਰ ਕਰ ਲੈਂਦਾ ਹੈ। ਮਹਾਰਾਜ ਨੇ ਆਖਿਆ ਹੈ ਕਿ ਕਹਿਤੇ ਪਵਿੱਤ, ਇੱਕ ਵਾਰ ਤੁਸੀਂ ਕਹਿ ਦਿਓ ਦੁਬਾਰ ਤੋਂ ਫਿਰ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਕੰਨਾਂ 'ਚ ਆਵਾਜ਼ ਨਹੀਂ ਆਈ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਜੇ ਤੁਸੀਂ ਕਥਾ ਸੁਣਨ ਆਏ ਹੋ ਤੇ ਮੰਮੀ ਤਾਂ ਕੁਝ ਸੁਣਨ ਆਇਆ, ਆਪ ਬੋਲੋਗੇ ਤਾਂ ਹੀ ਮੇਰੇ ਕੰਨ ਪਵਿੱਤਰ ਹੋਣਗੇ। ਤੇ ਇਸ ਵਾਸਤੇ ਮਹਾਰਾਜ ਕਹਿੰਦੇ ਕਹਿਤੇ ਪਵਿੱਤ, ਜੋ ਰਸਨਾ ਵਾਹਿਗੁਰੂ ਨਾਮ ਕਹਿੰਦੀ ਹੈ, ਬੋਲ ਹਰ ਨਾਮ ਸਫਲ ਸਾਕਰੀ। ਉਹ ਘੜੀ ਸਫਲ ਹੈ ਜਿਸ ਵਕਤ ਹਰੀ ਦਾ ਨਾਮ ਸਾਡੀ ਰਸਨਾ ਬੋਲਦੀ ਹੈ। ਕਹਿਤੇ ਪਵਿੱਤ ਸੁਣਦੇ ਸਭ ਧਨ, ਜਿਹੜੇ ਕੰਨ ਵਾਹਿਗੁਰੂ ਦਾ ਨਾਮ ਸੁਣਦੇ ਨੇ ਉਹ ਧਨ ਹਨ। ਲਿਖਤੀ ਕੁਲ ਤਾਰਿਆ ਜੀਓ, ਕਹਿਣ ਵਾਲੀ ਕੱਲੀ ਰਸਨਾ ਪਵਿੱਤਰ, ਸੁਣਨ ਵਾਲੇ ਦੋ ਕੰਨ ਧਨ ਨੇ। ਮਤਲਬ ਰਸਨਾ ਨੂੰ ਕਹਿਣ ਨਾਲ ਇੱਕ ਫਲ ਮਿਲਿਆ
ਤੇ ਸੁਣਨ ਨਾਲ ਕੰਨਾਂ ਨੂੰ ਡਬਲ ਫਲ ਮਿਲ ਗਿਆ। ਜੇ ਤੁਸੀਂ ਆਪ ਬੋਲੀ ਵੀ ਜਾਓ ਸੁਣੀ ਵੀ ਜਾਓ ਫਿਰ ਟ੍ਰਿਪਲ। ਤੇ ਜੇ ਤੁਸੀਂ ਲਿਖ ਕੇ ਸੇਵਾ ਕਰੋਗੇ, ਕਿਉਂਕਿ ਸਭ ਤੋਂ ਜ਼ਿਆਦਾ ਔਖਾ ਕੰਮ ਹੈ ਲਿਖਣ ਦਾ। ਬੰਦਾ ਬੋਲ ਸਕਦਾ ਹੈ, ਪੜ੍ਹ ਸਕਦਾ ਹੈ, ਸੁਣ ਸਕਦਾ, ਪਰ ਲਿਖਣਾ ਬੜਾ ਔਖਾ ਹੈ। ਖਾਸ ਕਰਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਥੇ ਮੈਨੂੰ ਲਿਖ ਕੇ ਦਿਖਾਓ। ਕੋਈ ਲਿਖ ਸਕਦਾ? ਮੈਂ ਤਾਂ ਨਹੀਂ ਲਿਖ ਸਕਦਾ। ਬਲਕਿ ਇੰਨੀ ਉਮਰ ਹੋ ਗਈ ਪੜ੍ਹਦਿਆਂ ਨੂੰ, ਸੁਣਦਿਆਂ ਨੂੰ, ਲਿਖਦਿਆਂ ਨੂੰ। ਸੱਚੀ ਗੱਲ ਜੇ, ਝੂਠ ਨਹੀਂ ਹੈ। ਔਂਕੜ ਕੋਈ ਸਿਹਾਰੀ ਜ਼ਰੂਰੀ ਰਹਿ ਜਾਏਗੀ। ਗੁਰਬਾਣੀ ਲਿਖਣੀ ਬੜੀ ਔਖੀ ਹੈ। ਉਹ ਭਾਈ ਗੁਰਦਾਸ ਸਾਹਿਬ ਹੀ ਸਨ ਜਿਹੜੇ ਗੁਰੂ ਅਰਜਨ ਸਾਹਿਬ ਜੀ ਜ਼ਬਾਨੀ ਬੋਲੀ ਗਏ ਤੇ ਬਿਲਕੁਲ ਲਗਾ ਮਾਤਰਾਂ ਦੇ ਸਹਿਜ, ਕਿਉਂਕਿ ਕਵਿਤਾ ਹੈ, ਇੱਕ ਵੀ ਲਗ ਮਾਤਰ ਇੱਧਰ ਉੱਧਰ ਹੋ ਗਈ। ਜਿਹੜੇ ਔਂਕੜ ਤੇ ਸਿਹਾਰੀ ਹੈ ਲਘੂ ਮਾਤਰਾ, ਬਿਹਾਰੀ ਜਿਹੜੀ ਹੈ, ਬਾਕੀ ਜਿੰਨੀਆਂ ਮਾਤਰਾਂ ਇਹ ਸਾਰੀਆਂ ਦੀਰਘ ਨੇ। ਇੱਕ ਮੁਕਤਾ, ਇੱਕ ਔਂਕੜ ਤੇ ਇੱਕ ਸਿਹਾਰੀ। ਕਈ ਔਂਕੜ ਨਹੀਂ ਬੋਲਦੇ। ਜਿਸ ਤਰ੍ਹਾਂ ਸੋ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ। ਆ ਮਿਸ਼ਨਰੀ ਵਾਲੇ ਕਹਿਣਗੇ ਨਾਨਕ ਪਾਤਸ਼ਾਹੀ ਪਾਤਸ਼ਾਹ, ਇੱਕ ਤੇ ਬਿੰਦੀ ਆਪਣੇ ਕੋਲ ਲਾ ਦੇਣਗੇ, ਇੱਕ ਹਾਹਾ ਮੁਕਤਾ ਬੋਲ ਦੇਣਗੇ, ਔਂਕੜ ਲਾਉਣਗੇ ਹੀ ਨਹੀਂ। ਅਸਲ 'ਚ ਪਾਠ ਹੈ ਨਾਨਕ ਪਾਤਸ਼ਾਹੀ ਪਾਤਸ਼ਾਹ। ਇੱਕ ਓੰਕਾਰ ਸਤਿਨਾਮ। ਤੱਤੇ ਨੂੰ ਵੀ ਸਿਹਾਰੀ ਹੈ, ਮੰਮੇ ਨੂੰ ਵੀ ਔਂਕੜ ਹੈ। ਕਦੀ ਆਪਾਂ ਪੜ੍ਹੀ ਹੋਈ ਨਹੀਂ। ਲਿਖਣ ਲੱਗਿਆ ਫਿਰ ਯਾਦ ਕਿੱਥੇ ਰਹਿਣਾ, ਕਿਉਂਕਿ ਪੜ੍ਹੀ ਹੋਈ ਨਹੀਂ। ਆਪਾਂ ਸੋਚਦੇ ਵੀ ਸ਼ਾਇਦ ਵਾਧੂ ਲਿਖੀ ਹੋਈ ਹੈ, ਪਰ ਵਾਧੂ ਗੁਰਬਾਣੀ 'ਚ ਇੱਕ ਵੀ ਲਗ ਮਾਤਰ ਬਿੰਦੀ ਤੱਕ ਵੀ ਵਾਧੂ ਨਹੀਂ ਹੈ। ਲਘੂ ਮਾਤਰਾ, ਦੀਰਘ ਮਾਤਰਾ ਕਿਤੇ ਤਬਲੇ ਵਾਲੇ ਨੂੰ ਜਾਂ ਢੋਲਕੀ ਵਾਲੇ ਨੂੰ ਪੁੱਛ ਕੇ ਦੇਖਿਓ, ਉਹ ਸਾਰੀਆਂ ਮਾਤਰਾਂ ਦੇ ਮੁਤਾਬਕ ਤਾਲ ਵੱਜਦਾ। ਇੱਕ ਮਾਤਰ ਵੀ ਜੇ ਘੱਟ ਵੱਧ ਹੋ ਗਈ ਤਾਂ ਤਾਲ ਟੁੱਟ ਜਾਂਦਾ ਹੈ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖੋ ਖਖੀ ਔਂਕੜ ਨਿਰਭਉ ਨਿਰਵੈਰੋ ਰਾਰੀ ਔਂਕੜ ਅਕਾਲ ਮੂਰਤ ਅਤੇ ਸਿਆਰੀ ਅਜੂਨੀ ਸੈਭੰ ਗੁਰ ਪ੍ਰਸਾਦ ਦੱਦੇ ਸਿਆਰੀ ਜਪ ਪੱਪੀ ਔਂਕੜ ਆਦਿ ਸੱਚ ਤਦੇ ਨੂੰ ਸਿਆਰੀ ਚੱਚੇ ਨੂੰ ਔਂਕੜ ਜੁਗਾਦਿ ਸੱਚ ਦੱਦੇ ਨੂੰ ਸਿਆਰੀ ਫਿਰ ਸੱਚੇ ਨੂੰ ਚੱਚੇ ਨੂੰ ਔਂਕੜ ਹੈ ਵੀ ਸੱਚੋ ਚੱਚੇ ਨੂੰ ਔਂਕੜ। ਡੰਡੀਆਂ ਦਾ ਵੀ ਖਿਆਲ ਰੱਖਣਾ ਪੈਂਦਾ ਲਿਖਣ ਲੱਗਿਆ। ਨਾਨਕ ਹੋਸੀ ਵੀ ਸੱਚ ਫਿਰ ਸੱਚੇ ਚਾਚੇ ਨੂੰ ਔਂਕੜ। ਇੰਜ ਜਿਹੜਾ ਸ਼ੁੱਧ ਗੁਰਬਾਣੀ ਨੂੰ ਉਚਾਰਦਾ, ਪੜ੍ਹਦਾ ਤੇ ਸਰਵਣ ਕਰਦਾ ਤੇ ਲਿਖਦਾ ਹੈ। ਮਹਾਰਾਜ ਕਹਿੰਦੇ ਕਹਤੇ ਪਵਿੱਤ ਸੁਣਤੀ ਸਭ ਧਨ ਲਿਖਤੀ ਕੋਲ ਤਾਰਿਆ ਜੀਓ। ਉਹਨਾਂ ਕਹਿਣ ਵਾਲਿਆਂ ਨੂੰ ਪਵਿੱਤਰ ਆਖਿਆ, ਸੁਣਨ ਵਾਲਿਆਂ ਨੂੰ ਧਨ ਆਖਿਆ ਹੈ। ਕਹਿਣਾ ਸੌਖਾ, ਸੁਣਨਾ ਔਖਾ ਹੈ। ਤੇ ਉਹਦੇ ਤੋਂ ਕਠਿਨ ਹੈ ਲਿਖਣਾ। ਲਿਖਤੀ ਕੋਲ ਤਾਰਿਆ ਜੀਓ, ਲਿਖਣ ਵਾਲੇ ਦੀਆਂ ਕੋਲਾਂ ਮਹਾਰਾਜ ਤਾਰ ਦਿੰਦਾ ਹੈ। ਸੋ ਇਸ ਤਰ੍ਹਾਂ ਗੁਣ ਗਾਏ ਸੁਣ ਲਿਖਦੇ। ਜਿਹੜਾ ਗੁਣ ਗਾਉਂਦਾ, ਸੁਣਦਾ, ਲਿਖ ਦਿੰਦਾ, ਸੋ ਸਰਬ ਫਲ ਹਰ ਲੈ। ਸੋ ਵਾਹਿਗੁਰੂ ਜੀ ਦੇ ਘਰੋਂ ਸਾਰੇ ਫਲ ਲੈ ਲੈਂਦਾ। ਹਰੀ ਵਾਹਿਗੁਰੂ ਜੀ ਦੇ ਪਾਸੋਂ ਕੁੱਲ ਸਮੂਹ ਕਰਤੀ ਉਧਾਰ। ਆਪਣੀਆਂ ਸਾਰੀਆਂ ਕੁਲਾਂ ਜਾਂ ਦੇਵੀ ਸੰਪਦਾ ਰੂਪੀ ਕੁਲ ਦਾ ਆਸਰੀ ਸੰਪਦਾ ਤੋਂ ਉਧਾਰ ਕਰ ਲੈਂਦਾ ਹੈ। ਸੰਸਾਰ ਉਤਰਸ ਪਾਰ। ਹਰ ਸੰਸਾਰ ਰੂਪ ਸਮੁੰਦਰ ਤੋਂ ਮੁਕਤੀ ਰੂਪ ਕਿਨਾਰੇ ਤੇ ਪਾਰ ਉਤਰ ਜਾਂਦਾ ਹੈ। ਹਰ ਚਰਨ ਬੋਹਿਤ ਤਾਹੇ। ਹਰੀ ਪ੍ਰਮਾਤਮਾ ਦੇ ਚਰਨ ਰੂਪ ਜਹਾਜ਼ ਦੀ ਉਹਨੂੰ ਪ੍ਰਾਪਤੀ ਹੁੰਦੀ ਹੈ। ਮਿਲ ਸਾਧ ਸੰਗ ਜਸ ਗਾਹੇ। ਜਿਹੜਾ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਚ ਮਿਲ ਕੇ ਪ੍ਰਭੂ ਦਾ ਜਸ ਕੀਰਤਨ ਗਾਉਣਾ ਕਰਦਾ ਹੈ। ਹਰ ਪੈਜ ਰੱਖੈ ਮੁਰਾਰ। ਮੁਰਾਦਕ ਦੈਂਤਾਂ ਦਾ ਵੈਰੀ ਹਰੀ ਪ੍ਰਭੂ ਜਾਂ ਹੰਕਾਰ ਰੂਪ ਮੁਰਦਿਆਂ ਦਾ ਵੈਰੀ ਪ੍ਰਮਾਤਮਾ ਇਸ ਦੀ ਪੈਜ ਇੱਜ਼ਤ ਰੱਖਦਾ ਹੈ। ਹਰ ਨਾਨਕ
ਨਾਨਕ ਸਰਣ ਦੁਆਰ। ਸਤਿਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਕਿ ਜੋ ਹਰੀ ਪ੍ਰਮਾਤਮਾ ਦੀ ਸ਼ਰਨ ਹੈ ਉਹ ਟੂਟੀ ਦਰ ਦੇ ਵਿੱਚ ਪਿਆ ਹੈ, ਜਾਂ ਜੋ ਹਰੀ ਦੇ ਸਤ ਸੰਗਤ ਰੂਪ ਦਰ ਦੀ ਸ਼ਰਨ ਵਿੱਚ ਆਇਆ ਹੈ, ਵਾਹਿਗੁਰੂ ਉਸ ਦੀ ਇੱਜ਼ਤ ਰੱਖਦਾ ਹੈ।